ਇੱਕ ਕੁੜੀ ਜਦੋਂ ਆਪਣੇ ਭਰਾ ਨੂੰ ਪ੍ਰੋਪਰਟੀ ਲਈ ਕਹੇਗੀ ਵੀ ਮੈਨੂੰ ਮੇਰੀ ਪ੍ਰੋਪਰਟੀ ਚਾਹੀਦੀ ਹੈ, ਚਾਹੇ ਉਹ ਰਿਸਪੈਕਟ ਨਾਲ ਕਰੇ, ਚਾਹੇ ਲੜ ਕੇ ਕਰੇ, ਚਾਹੇ ਕਿਸੇ ਵੀ ਤਰੀਕੇ ਨਾਲ ਮੰਗ ਕਰੇ, ਤਾਂ ਪ੍ਰੋਪਰਟੀ ਚਾਹੀਦੀ ਹੈ। ਉਸਦਾ ਜਿਹੜਾ ਭਰਾ ਹੋ ਸਕਦਾ, ਜਿਹੜਾ ਉਹਦਾ ਭਰਾ, ਉਹ ਆਪਣੀ ਵਾਈਫ ਤੋਂ ਪ੍ਰੋਪਰਟੀ ਮੰਗਣਾ ਨਾ ਚਾਹੁੰਦਾ ਹੋਵੇ, ਲੇਕਿਨ ਉਸਨੂੰ ਆਪਣੀ ਵਾਈਫ ਤੋਂ ਪ੍ਰੋਪਰਟੀ ਮੰਗਣੀ ਪਏਗੀ। ਤਾਂ ਮੈਨੂੰ ਇਹ ਡਰ ਜ਼ਰੂਰ ਨਾਲੋਂ ਨਾਲ ਆਇਆ ਕਿ ਹੁਣ ਆਹ ਨਾ ਵਾਪਰਨਾ ਸ਼ੁਰੂ ਹੋ ਜਾਏ ਕਿ ਕੁੜੀਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿ ਹਾਂ ਤੂੰ ਆਪਣੇ ਪੇਕਿਆਂ ਦੀ ਜ਼ਮੀਨ ਦੇ ਵਿੱਚੋਂ ਜ਼ਮੀਨ ਲੈ ਕੇ ਆ। ਇਹ ਗੱਲ ਬਾਖੂਬੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਕੁੜੀ ਨੇ ਹਮੇਸ਼ਾ ਕਿਸੇ ਦੀ ਹੀ ਰਹਿਣਾ ਹੁੰਦਾ ਹੈ, ਮਤਲਬ ਕੁੜੀ ਦੇ ਉੱਤੇ ਹੱਕ ਰਹਿਣਗੇ ਹੀ ਹਮੇਸ਼ਾ? ਸਾਰੇ ਤੇ ਮੁੰਡੇ ਵੀ ਨਹੀਂ ਉਸ ਤਰ੍ਹਾਂ ਗੱਲ ਅੰਗੂਠੇ ਦੇ ਕੇ ਜ਼ਮੀਨਾਂ ਆਪਣੇ ਨਾਮ ਕਰਵਾਉਂਦੇ ਨੇ, ਹਨਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ, ਜ਼ਿੰਦਾਬਾਦ ਚੈਨਲ ਤੇ ਤੁਹਾਡਾ ਸਵਾਗਤ ਹੈ। ਸੁਪਰੀਮ ਕੋਰਟ ਦੇ ਹੁਣੇ ਆਰਡਰਸ ਆਏ ਨੇ ਕਿ ਜਿਹੜੇ ਜੋ ਕੁੜੀਆਂ ਨੇ, ਜੋ ਸਾਡੀਆਂ ਧੀ ਰਾਣੀਆਂ ਨੇ, ਉਹਨਾਂ ਦੇ ਹੱਕ ਦੇ ਵਿੱਚ ਇੱਕ ਆਰਡਰ ਸੁਪਰੀਮ ਕੋਰਟ ਨੇ ਪਾਸ ਕੀਤਾ ਹੈ। ਵੈਸੇ ਮੈਂ ਹੱਕ ਕਹਿ ਤਾਂ ਦਿੱਤਾ, ਪਰ ਬਹੁਤ ਸਾਰੀਆਂ ਕੁੜੀਆਂ ਇਹ ਵੀ ਕਹਿੰਦੀਆਂ ਨੇ ਵੀ ਸਾਡੇ ਨਹੀਂ ਹੱਕ ਦਾ ਹੈਗਾ, ਇਹ ਸਾਡੇ ਪਰਿਵਾਰ ਦੇ ਹੱਕ ਦਾ ਨਹੀਂ ਹੈਗਾ। ਆਰਡਰ ਮੈਂ ਤੁਹਾਨੂੰ ਦੱਸ ਦਿਆਂ, ਵੈਸੇ ਪਹਿਲਾਂ ਵੀ ਇਦਾਂ ਦਾ ਰੂਲ ਬਣਿਆ ਹੋਇਆ ਸੀ, ਬਟ ਹੁਣੇ ਇਹਦੇ ਵਿੱਚ ਕੁਝ ਸੋਧਾਂ ਹੋਈਆਂ ਨੇ, ਕਿਉਂਕਿ ਇਸ ਦੇ ਖਿਲਾਫ PIL ਪਾ ਦਿੱਤੀ ਗਈ ਸੀ ਜਿਹੜੇ ਮੇਲ ਓਰੀਐਂਟਡ ਲੋਕ ਨੇ, ਸੰਸਥਾਵਾਂ ਨੇ, ਉਹਨਾਂ ਨੇ। ਤੇ ਪਰ ਇਹਦੇ ਤੇ ਚਰਚਾ ਚੱਲਦੇ ਤੋਂ ਬਾਅਦ ਹੁਣ ਇੱਕ ਰੂਲ ਦੇ ਵਿੱਚ ਥੋੜ੍ਹੀਆਂ ਸੋਧਾਂ ਕਰਕੇ ਰੂਲ ਆਇਆ ਕਿ ਜਿਹੜੀਆਂ ਕੁੜੀਆਂ ਨੇ, ਧੀਆਂ ਨੇ, ਉਹ ਆਪਣੇ ਬਾਪ ਤੋਂ ਜਾਂ ਆਪਣੇ ਭਰਾ ਤੋਂ ਜਿਹੜੀ ਪ੍ਰੋਪਰਟੀ ਹੈ ਉਹਦਾ ਅੱਧੇ ਹਿੱਸੇ ਦੇ ਲਈ ਕਲੇਮ ਕਰ ਸਕਦੀਆਂ ਨੇ, ਮੰਗ ਰੱਖ ਸਕਦੀਆਂ ਨੇ। ਅਗਰ ਨਹੀਂ ਮਿਲਦਾ ਤੇ ਕੇਸ ਫਾਈਲ ਕਰ ਸਕਦੀਆਂ ਨੇ। ਸਾਡੇ ਇਹ ਮਸਲਾ ਸਾਡੇ ਪੰਜਾਬ ਦੇ ਬਾਰੇ ਦੇਖੀਏ, ਸਾਡੇ ਭਾਰਤ ਦੇ ਜਜ਼ਬਾਤਾਂ ਬਾਰੇ ਦੇਖੀਏ, ਪਰਿਵਾਰ ਦੀਆਂ ਸਾਂਝਾਂ ਬਾਰੇ ਦੇਖੀਏ, ਤਾਂ ਇਹ ਮਸਲਾ ਕਾਫੀ ਗੰਭੀਰ ਵਿਸ਼ਾ ਤੇ ਚਰਚਾ ਕਰਨੀ ਬਣਦੀ ਹੈ। ਤੇ ਇਸ ਮਸਲੇ ਦੇ ਲਈ ਸਾਡੇ ਨਾਲ ਅੱਜ ਇੱਕ ਪੰਜਾਬ ਦੀ ਧੀ, ਮੈਂ ਕਹੂੰਗਾ ਸਿਮਰਨ ਅਕਸ, ਸਾਡੇ ਨਾਲ ਹਾਜ਼ਰ ਨੇ। ਔਰ ਸਿਮਰਨ ਅਕਸ ਬਾਰੇ ਮੈਂ ਤੁਹਾਨੂੰ ਦੱਸਾਂ ਤਾਂ ਕਮਾਲ ਦੀ ਕਵਿੱਤਰੀ ਹੈ, ਕਮਾਲ ਦੀਆਂ ਚੀਜ਼ਾਂ ਲਿਖਦੇ ਨੇ ਉਹ। ਖਾਸ ਕਰਕੇ ਉਹਨਾਂ ਦੀ ਖਾਸੀਅਤ ਹੈ ਕਿ ਸਮਾਜ ਦੇ ਬਾਰੇ ਬਹੁਤ ਲਿਖਦੇ ਨੇ, ਬਹੁਤ ਕਮਾਲ ਲਿਖਦੇ ਨੇ, ਔਰ ਉਹ ਫੀਲ ਵੀ ਕਰਦੇ ਨੇ ਦਰਦ ਜੋ ਆਸੇ ਪਾਸੇ ਜੋ ਬੁਰਾ ਵਾਪਰ ਰਿਹਾ। ਸੋ ਇਹ ਵੀ ਇੱਕ ਸਮਾਜ ਦਾ ਕਿੱਸਾ ਹੈ, ਇਹ ਸਮਾਜ ਦੀ ਗੱਲ ਹੈ। ਉਹਨਾਂ ਨਾਲ ਗੱਲਬਾਤ ਇਸ ਮਾਮਲੇ ਤੇ ਕਰਾਂਗੇ। ਇੱਕ ਕੁੜੀ ਹੋ ਕੇ ਕੀ ਸੋਚਦੇ ਨੇ। ਸਿਮਰਨ ਅਕਸ ਦਾ ਬਹੁਤ ਸਵਾਗਤ ਹੈ। ਬਹੁਤ ਬਹੁਤ ਸਵਾਗਤ ਸਿਮਰਨ ਅਕਸ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜ਼ਿੰਦਾਬਾਦ ਚੈਨਲ ਦਾ ਤੇ ਸਾਰੇ ਪਰਿਵਾਰ ਦਾ। ਹੋਰ ਠੀਕ ਠਾਕ ਹੋ ਜੀ? ਤੁਹਾਨੂੰ ਸੰਡੇ ਨੂੰ ਡਿਸਟਰਬ ਕੀਤਾ? ਵੈਸੇ ਸੰਡੇ ਨੂੰ ਸਾਰੀਆਂ ਕੁੜੀਆਂ ਵੈਸੇ ਮਸਰੂਫ ਹੁੰਦੀਆਂ। ਅੱਛਾ, ਜਿਸ ਬਾਰੇ ਮੈਂ ਭੂਮਿਕਾ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਇਹ ਜੋ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤੇ ਨੇ ਕਿ ਕੁੜੀਆਂ ਜਿਹੜੀਆਂ ਧੀਆਂ ਨੇ ਉਹ ਆਪਣੇ ਬਾਪ ਤੋਂ, ਆਪਣੇ ਭਰਾ ਤੋਂ ਪ੍ਰੋਪਰਟੀ ਲਈ ਕਲੇਮ ਕਰ ਸਕਦੀਆਂ ਨੇ। ਮੰਨ ਲਓ ਤੁਹਾਨੂੰ ਇਹ ਗੱਲ ਜਿਸ ਦਿਨ ਪਤਾ ਲੱਗੀ, ਪਹਿਲਾਂ ਮਨ ਦੇ ਵਿੱਚ ਕੀ ਵਿਚਾਰ ਆਇਆ ਬਤੌਰ ਇੱਕ ਧੀ? ਤੁਸੀਂ ਵੈਸੇ ਹੈਪੀਲੀ ਮੈਰਿਡ ਹੋ, ਬਟ ਬਤੌਰ ਇੱਕ ਧੀ ਤੁਹਾਡੇ ਮਨ ਦੇ ਵਿੱਚ ਕੀ ਆਇਆ? ਦੇਖੋ ਗੁਰਪਾਲ ਜੀ, ਸਭ ਤੋਂ ਪਹਿਲੀ ਚੀਜ਼ ਤਾਂ ਜਿਹੜੀ ਮੇਰੇ ਮਨ ਦੇ ਵਿੱਚ ਆਈ ਕਿ ਬਰਾਬਰੀ ਦੇ ਵੱਲ ਕਦਮ ਹੋਰ ਵਧਿਆ, ਹੈਨਾ। ਮੈਂ ਇਹਨੂੰ ਇੱਕ ਖੁਸ਼ਖਬਰੀ ਦੇ ਤੌਰ ਤੇ ਲਿਆ, ਕਿਉਂਕਿ ਕਾਨੂੰਨ ਬਣ ਜਾਣਾ, ਜਿੰਨਾ ਚਿਰ ਕਾਨੂੰਨ ਨਹੀਂ ਬਣਦਾ, ਆਪਣੇ ਤਾਂ ਕਾਨੂੰਨ ਬਣਨ ਤੋਂ ਬਾਅਦ ਲਾਗੂ ਹੋਣ ਦੇ ਦਰਮਿਆਨ ਵੀ ਬਹੁਤ ਵੱਡਾ ਗੈਪ ਹੈ। ਤਾਂ ਕਾਨੂੰਨ ਬਣ ਜਾਣਾ ਹੀ ਇੱਕ, ਉਹਦੇ ਵਿੱਚ ਸੋਧ ਹੋ ਜਾਣਾ ਵੀ ਇੱਕ ਬਹੁਤ ਵੱਡੀ ਗੱਲ ਹੈ। ਜਦੋਂ ਮੈਂ ਇਸ ਨੂੰ ਸੁਣਿਆ ਤਾਂ ਪਹਿਲਾਂ ਇਹਦੀ ਜਿਹੜਾ ਕੇਸ ਜਿਹਦੇ ਵਿੱਚ ਪਟੀਸ਼ਨ ਸੀ, ਜਿਹਦੇ ਕਰਕੇ ਸੋਧ ਹੋਈ ਆ, ਅਮੈਂਡਮੈਂਟ ਹੋਈ ਆ, ਉਹਦੇ ਬਾਰੇ ਆਪਾਂ ਪਹਿਲਾਂ ਥੋੜੀ ਜਿਹੀ ਮੈਂ ਉਹਦੇ ਬਾਰੇ ਗੱਲਬਾਤ ਕਰਾਂ। ਕੇਸ ਦਾ ਸੀ ਕਿ ਇੱਕ ਬੇਟੀ ਨੇ ਆਪਣੇ ਜਾਂ ਇੱਕ ਭੈਣ ਨੇ ਆਪਣੇ ਬ੍ਰਦਰ ਦੇ ਖਿਲਾਫ ਇਹ ਕੇਸ ਦਰਜ ਕੀਤਾ ਸੀ ਕਿ ਡੈਥ ਤੋਂ ਬਾਅਦ ਉਹਨੂੰ ਜ਼ਮੀਨ ਦੇ ਵਿੱਚੋਂ ਹੱਕ ਨਹੀਂ ਸੀ ਮਿਲ ਰਿਹਾ। ਉੱਥੇ ਉਹਦੀ ਮਦਰ ਵੀ ਹੁਣ ਧੀ ਦੇ ਨਾਲ ਸੀ ਕਿ ਮੇਰੀ ਬੇਟੀ ਨੂੰ ਹੱਕ ਮਿਲਣਾ ਚਾਹੀਦਾ। ਇਹ ਸੋਚਣ ਵਾਲੀ ਚੀਜ਼ ਹੈ। ਔਰ ਪੁੱਤਰ ਜਿਹੜਾ ਸੀ ਉਹ ਇਸ ਚੀਜ਼ ਦੇ ਖਿਲਾਫ ਸੀ ਕਿ ਇਹ ਕਿਉਂ ਦੋਨੋਂ ਜਾਣੀਆਂ ਰਲ ਕੇ ਜਿਹੜਾ ਇਹ ਹੱਕ ਮੰਗ ਰਹੇ ਨੇ। ਹੁਣ ਦੇਖੋ, ਪਹਿਲੀ ਚੀਜ਼ ਤਾਂ ਮੈਂ ਇਸ ਕੇਸ ਨੂੰ ਬੇਸ ਲੈ ਕੇ ਸਭ ਤੋਂ ਪਹਿਲੀ ਇਹ ਚੀਜ਼ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਇਹ ਗੱਲਾਂ ਅਸੀਂ ਰਿਸ਼ਤਿਆਂ ਤੋਂ ਉੱਠ ਕੇ ਆਪਣਾ ਜਿਹੜਾ ਇਹ ਬੜੀਆਂ ਸੋਹਣੀਆਂ ਸਾਂਝਾਂ, ਮਿਠਾਸਾਂ, ਰਿਸ਼ਤੇ, ਹਨਾ, ਬਲਾ 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 ਦੀ ਗੱਲ ਕਰੀਏ, ਉਹ ਸਾਰਾ ਕੁਛ ਹੈ, ਨਾਲੋਂ ਨਾਲ ਹੈ ਰਿਸ਼ਤੇ। ਪਰ ਜਦੋਂ ਇਹਨਾਂ ਤੋਂ ਬਾਹਰ ਜਾ ਕੇ ਲੋੜ ਪੈਂਦੀ ਹੈ ਜਾਂ ਲੋੜ ਪੈਣੀ ਚਾਹੀਦੀ ਹੈ, ਜਦੋਂ ਉਹਨੂੰ ਲੋੜ ਹੈ, ਤਾਂ ਉਦੋਂ ਫਿਰ ਅਸੀਂ ਕਿਵੇਂ ਵਿਚਰਦੇ ਹਾਂ? ਇਸ ਕਰਕੇ ਇਸ ਕਾਨੂੰਨ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਦੁਬਾਰਾ 2005 ਦੇ ਵਿੱਚ, ਪਹਿਲਾਂ ਇਸ ਦੇ ਵਿੱਚ ਕੀਤਾ ਗਿਆ ਸੀ ਕਿ ਫਾਦਰ ਦੀ ਡੈਥ ਤੋਂ ਬਾਅਦ, ਹਨਾ, ਫਿਰ ਉਸ ਕਿ ਜੇ 2005 ਤੋਂ ਪਹਿਲਾਂ ਵੀ ਫਾਦਰ ਦੀ ਡੈਥ ਹੋ ਚੁੱਕੀ ਹੈ ਤਾਂ ਵੀ ਧੀਆਂ ਆਪਣਾ ਹਿੱਸਾ ਲੈ ਸਕਦੀਆਂ ਨੇ। ਜੀ ਬਿਲਕੁਲ। ਹੁਣ ਇਹਦੇ ਵਿੱਚ ਜੇ ਆਪਾਂ ਸੋਚੀਏ ਕਿ ਏਦਾਂ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਸੀਂ ਨਾਖੁਸ਼ ਹੋਈਏ। ਨਾਖੁਸ਼ ਹੋਣ ਦਾ ਕਾਰਨ ਦੱਸਣਾ ਪਏਗਾ ਜੀ, ਅਸੀਂ ਕਿਉਂ ਨਹੀਂ ਖੁਸ਼ ਹਾਂ। ਤੇ ਉਹ ਕਾਰਨ ਜਾ ਕੇ ਕਿ ਸਾਡੀ ਪੁਸ਼ਤੈਨੀ ਜਾਇਦਾਦ ਖੁਸਦੀ ਹੈ।
ਹੂੰ ਅਸੀਂ ਜੀ, ਭਰਾਵਾਂ ਦੀਆਂ ਜੋੜੀਆਂ ਤੇ ਚਾਹੁੰਦੇ ਆ ਬਿਲਕੁਲ ਕਿ ਬਿਲकुल ਹਾਂ ਬਿਲकुल। ਵੈਸੇ ਹਾਂ ਜੇ ਬਤੌਰ ਇੱਕ ਧੀ ਜੋ ਤੁਸੀਂ ਆਪਣਾ ਬਤੌਰ ਇੱਕ ਕੁੜੀ ਜੋ ਤੁਸੀਂ ਆਪਣਾ ਵਿਚਾਰ ਦਿੱਤਾ ਹੈ, ਬਹੁਤ ਅੱਛਾ ਹੈ ਸਿਮਰਨ। ਪਰ ਇਹਦੇ ਵਿੱਚ ਨਾ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ, ਮਤਲਬ ਜੋ ਅਸੀਂ ਇਸ ਚੀਜ਼ ਨੂੰ ਦੇਖਿਆ ਆਸੇ ਪਾਸੇ ਹੋਰ ਕਿਸੇ ਔਨ 에ਅਰ ਤਾਂ ਖੈਰ ਨਹੀਂ ਕੀਤੀ ਗੱਲ, ਪਰ ਮੈਂ ਕੁਛ ਕੁੜੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਿੱਦਾਂ ਮੈਂ ਤੁਹਾਡਾ ਫਸਟ ਰਿਐਕਸ਼ਨ ਜਾਣਨ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਇੱਦਾਂ ਕੋਸ਼ਿਸ਼ ਕੀਤੀ ਹੈ ਨਾ। ਪਰ ਜਿੱਦਾਂ ਸਮਾਜ ਦੀ ਗੱਲ ਜਿਹੜੀ ਆਪਾਂ ਹੁੰਦੀ ਹੈ ਨਾ, ਜਿਵੇਂ ਸਮਾਜ ਦੀਆਂ ਗੱਲਾਂ ਕਈ ਵਾਰੀ ਅਸੀਂ ਜਜ਼ਬਾਤੀ ਹੋ ਜਾਂਦੇ ਹਾਂ, ਜਿਵੇਂ ਤੁਸੀਂ ਕਿਹਾ ਵੀ ਜਜ਼ਬਾਤਾਂ ਦੇ ਵਿੱਚ ਸੋਚ ਕੇ ਬੈਠ ਕੇ ਉਹਨੀਆਂ ਗੱਲਾਂ ਨੂੰ ਸੋਚ ਕੇ ਫਿਰ ਅਸੀਂ ਨੈਗਲੈਕਟ ਕਰ ਦਿੰਦੇ, ਪਰ ਬਾਅਦ ਚ ਉਹਦੇ ਰਿਜ਼ਲਟ ਬਹੁਤ ਵੱਡੇ ਆਉਂਦੇ ਨੇ। ਪਰ ਉਹ ਕਿਸੇ ਹੋਰ ਗੱਲਾਂ ਦੇ ਲਈ ਹੁੰਦੀ ਨੇ। ਇੱਕ ਸੱਚੀ ਮੁੱਚੀ ਬਹੁਤ ਵੱਡਾ ਫੈਸਲਾ ਹੈ। ਇੱਕ ਕੁੜੀ ਜਦੋਂ ਆਪਣੇ ਭਰਾ ਨੂੰ ਪ੍ਰੋਪਰਟੀ ਲਈ ਕਹੇਗੀ ਵੀ ਮੈਨੂੰ ਮੇਰੀ ਪ੍ਰੋਪਰਟੀ ਚਾਹੀਦੀ ਹੈ, ਚਾਹੇ ਉਹ ਰਿਸਪੈਕਟ ਨਾਲ ਕਹੇ, ਚਾਹੇ ਲੜ ਕੇ ਕਹੇ, ਚਾਹੇ ਕਿਸੇ ਵੀ ਤਰੀਕੇ ਨਾਲ ਮੰਗ ਕਰੇ, ਤਾਂ ਪ੍ਰੋਪਰਟੀ ਚਾਹੀਦੀ ਹੈ। ਉਸਦਾ ਜਿਹੜਾ ਭਰਾ ਹੋ ਸਕਦਾ, ਜਿਹੜਾ ਉਹਦਾ ਭਰਾ, ਉਹ ਆਪਣੀ ਵਾਈਫ ਤੋਂ ਪ੍ਰੋਪਰਟੀ ਮੰਗਣਾ ਨਾ ਚਾਹੁੰਦਾ ਹੋਵੇ, ਲੇਕਿਨ ਉਸਨੂੰ ਆਪਣੀ ਵਾਈਫ ਤੋਂ ਪ੍ਰੋਪਰਟੀ ਮੰਗਣੀ ਪਏਗੀ। ਇਹ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਇਹ ਚੇਨ ਹੈ, ਇਹ ਮਤਲਬ ਸੱਚਮੁੱਚ ਜਿਵੇਂ ਤੁਸੀਂ ਕਿਹਾ ਸੀ ਵੀ ਸਮਾਜਿਕ ਉਹ ਚੀਜ਼ਾਂ ਇਮੋਸ਼ਨਲ ਹੋਣਾ ਤਾਂ ਨਹੀਂ ਚਾਹੀਦਾ, ਪਰ ਇੱਕ ਬਹੁਤ ਵੱਡਾ ਮੁੱਦਾ ਹੈ ਇਹ। ਤਾਂ ਇਹ ਉਹ ਜਿਹੜੀ ਚੇਨ ਆ ਉਹ ਖਰਾਬ ਹੋ ਜਾਏਗੀ ਜਦੋਂ ਉਹਦੀ ਭੈਣ ਉਸ ਤੋਂ ਮੰਗੇਗੀ, ਤਾਂ ਉਹ ਆਪਣੀ ਵਾਈਫ ਤੋਂ ਨਾ ਚਾਹੁੰਦੇ ਹੋਏ ਵੀ ਹੋ ਸਕਦਾ ਮੰਗੇ। ਗੁਰਪਾਲ ਜੀ, ਮੈਨੂੰ ਲੱਗਦਾ ਇਹ ਸ਼ਾਇਦ ਕੰਟਰਡਿਕਟਰੀ ਜਾਵੇ, ਬੜਾ ਜਿਹੜੀ ਇੱਕ ਸਟੇਟਮੈਂਟ ਡਿਫਰੈਂਟ ਜੀ ਆ। ਪਰ ਮੈਨੂੰ ਜਿੱਥੋਂ ਤੱਕ ਲੱਗਦਾ ਬਹੁਤੀਆਂ ਜਗ੍ਹਾਵਾਂ ਤੇ ਭੈਣ ਜ਼ਮੀਨ ਨਹੀਂ ਮੰਗੂਗੀ, ਉਹ ਭੈਣ ਦੇ ਜ਼ਰੀਏ ਜ਼ਮੀਨ ਮੰਗੀ ਜਾਊਗੀ। ਤੁਸੀਂ ਬਿਹਤਰ ਜਾਣਦੇ ਹੋਵੋਗੇ, ਹਨਾ। ਬਿਲਕੁਲ ਬਿਲਕੁਲ। ਰੱਖੜੀ ਦੀ ਵੀ ਇੱਕ ਸੋਚ ਰਹੀ ਸੀ ਕਿ ਛੋਟੀ ਜੀ ਮੈਂ ਕਲਿੱਪ ਤਿਆਰ ਕਰ ਰਹੀ ਸੀ, ਉਹਦੇ ਵਿੱਚ ਇਹ ਸੀ ਕਿ ਭੈਣ ਜੀ ਹੱਸ ਕੇ ਆਪਣੇ ਭਰਾ ਨੂੰ ਕਹਿੰਦੀ ਵੀ ਮੈਨੂੰ ਹਿੱਸਾ ਚਾਹੀਦਾ, ਤਾਂ ਉਹ ਭਰਾ ਨੂੰ ਕਹਿੰਦੀ ਵੀ ਵੀਰਾ ਤੂੰ ਐਵੇਂ ਗੁੱਸਾ ਹੋ ਗਿਆ ਹਿੱਸੇ ਦੇ ਨਾਮ ਤੇ ਇੱਥੋਂ ਮੈਂ ਹਿੱਸਾ ਲੈ ਕੇ ਕਰੂੰਗੀ ਕਿ ਉਹ ਹਿੱਸਾ ਵੀ ਤਾਂ ਕਿਸੇ ਦੇ ਹਿੱਸੇ ਹੀ ਚਲਾ ਜਾਣਾ। ਬਿਲਕੁਲ ਬਿਲਕੁਲ। ਤਾਂ ਭੈਣ ਨੇ ਆਪਦੇ ਕੋਲ ਨਹੀਂ ਰੱਖਣਾ, ਉਹਦੇ ਸਹੁਰੇ ਪਰਿਵਾਰ ਨੇ ਹੌਲੀ ਹੌਲੀ, ਇਹ ਜ਼ਰੂਰ ਇੱਕ ਵੱਡਾ ਡਰ ਹੈ ਕਿ ਇਹ ਪ੍ਰੈਸ਼ਰ ਕ੍ਰੀਏਟ ਹੋਣਾ ਸ਼ਾਇਦ ਸ਼ੁਰੂ ਹੋ ਜਾਏ ਕੁੜੀਆਂ ਤੇ। ਚਲੋ ਪਹਿਲਾਂ ਤਾਂ ਦਾਜ ਦਹੇਜ ਦੀਆਂ ਚੀਜ਼ਾਂ ਸੀ, ਹਨਾ। ਤਾਂ ਮੈਨੂੰ ਇਹ ਡਰ ਜ਼ਰੂਰ ਨਾਲੋਂ ਨਾਲ ਆਇਆ ਕਿ ਹੁਣ ਆਹ ਨਾ ਵਾਪਰਨਾ ਸ਼ੁਰੂ ਹੋ ਜਾਏ ਕਿ ਕੁੜੀਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿ ਹਾਂ ਤੂੰ ਆਪਣੇ ਪੇਕਿਆਂ ਦੀ ਜ਼ਮੀਨ ਦੇ ਵਿੱਚੋਂ ਜ਼ਮੀਨ ਲੈ ਕੇ ਆ, ਜਾਂ ਤੇਰਾ ਜਿੰਨਾ ਵੀ ਉਹਦੇ ਵਿੱਚੋਂ ਬਣਦਾ ਲੈ ਕੇ ਆ। ਬਿਲਕੁਲ। ਪਰ ਕਿਉਂਕਿ ਰਿਸ਼ਤੇ ਨਾਲ ਰਿਸ਼ਤਾ ਜੁੜਿਆ ਹੁੰਦਾ, ਜੇ ਥੋੜਾ ਜਿਹਾ ਵੀ ਇਹ ਚੱਲੂਗਾ ਕੰਮ, ਚਾਹੇ ਚੰਗਾ ਹੈ ਚਾਹੇ ਬੁਰਾ ਹੈ, ਬਟ ਇਹ ਮਤਲਬ ਅੱਗੇ ਤੱਕ ਬਹੁਤ ਚੱਲੂਗਾ। ਪਰ ਤੁਸੀਂ ਕਹਿੰਦੇ ਹੋ ਕਿ ਜੇ ਗੱਲ ਅੱਜ ਕੱਲ੍ਹ ਨਾਰੀਵਾਦ ਦੀ ਵੀ ਬਹੁਤ ਚੱਲਦੀ ਹੈ, ਅਸੀਂ ਫੇਸਬੁੱਕ ਤੇ ਵੀ ਦੇਖਦੇ ਹਾਂ, ਬਹੁਤ ਸਾਰੀਆਂ ਕੁੜੀਆਂ ਆਪਣੇ ਹੱਕਾਂ ਲਈ ਬੋਲਦੀਆਂ ਨੇ, ਔਰ ਬਹੁਤ ਸਾਰੇ ਉਹਨਾਂ ਨੂੰ ਲੋਕ ਨਕਾਰਦੇ ਵੀ ਨੇ ਵੀ ਤੁਸੀਂ ਕੁਛ ਜ਼ਿਆਦਾ ਬੋਲਦੀਆਂ ਹੋ। ਪਰ ਇਹਦੇ ਵਿੱਚ ਮੰਨ ਲਓ ਤੁਸੀਂ ਹੁਣੇ ਕਿਹਾ ਕਿ ਉਹ ਕੁੜੀ ਕੋਲੇ ਜ਼ਮੀਨ ਸ਼ਾਇਦ ਨਾ ਰਵੇ, ਉਹ ਵੀ ਅੱਗੇ ਚਲੀ ਜਾਵੇ, ਫਿਰ ਤੁਹਾਨੂੰ ਇਹ ਗੱਲ ਬਾਖੂਬੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਕੁੜੀ ਨੇ ਹਮੇਸ਼ਾ ਕਿਸੇ ਦੀ ਹੀ ਰਹਿਣਾ ਹੁੰਦਾ ਹੈ, ਮਤਲਬ ਕੁੜੀ ਦੇ ਉੱਤੇ ਹੱਕ ਰਹਿਣਗੇ ਹੀ ਹਮੇਸ਼ਾ, ਤਾਂ ਫਿਰ ਇਸ ਚੀਜ਼ ਦਾ ਕੋਈ ਵਜੂਦ ਬਣਦਾ ਨਹੀਂ, ਕਿਉਂਕਿ ਜੇ ਵਿਆਹੀ ਕੁੜੀ ਮੰਗੂਗੀ ਤਾਂ ਓਬਵੀਅਸਲੀ ਉਹ ਕੱਲੀ ਵੀ ਰੱਖ ਕੇ ਕੀ ਕਰੂਗੀ, ਕਿਉਂਕਿ ਪਰਿਵਾਰ ਵਿੱਚ ਤਾਂ ਸਾਂਝ ਹੀ ਹੁੰਦੀ ਹੈ। ਬਿਲਕੁਲ ਬਿਲਕੁਲ। ਪਰ ਦੇਖੋ, ਮੈਨੂੰ ਇਹ ਲੱਗਦਾ ਨਾ ਜਿੱਦਾਂ ਦਾ ਇਮੋਸ਼ਨਲ ਸਾਡਾ ਹੁਣ ਇੰਨੇ ਸਦੀਆਂ ਤੋਂ ਇੱਕ ਪੋਲਿਸ਼ ਕੀਤੀ ਹੋਈ ਆ ਵੀ ਧੀ ਜਿਹੜੀ ਹੈ ਉਹ ਇਹ ਕਹਿ ਦਿੰਦੀ ਹੈ ਕਿ ਮੇਰੇ ਵਿਆਹ ਤੇ ਇੰਨਾ ਲਾਤਾ, ਜਾਂ ਹਨਾ ਆਪਾਂ ਸ਼ੁਰੂ ਤੋਂ ਉਦਾਂ ਦੇ ਇਮੋਸ਼ਨਲ ਹੋਏ ਆ। ਧੀਆਂ ਸਗੋਂ ਦੀ ਬਹੁਤੀ ਵਾਰੀ ਉਹ ਇਹ ਫੀਲ ਕਰਦੀਆਂ ਕਿ ਹਰ ਦੀਵਾਲੀ ਹਰ ਰੱਖੜੀ ਤੁਸੀਂ ਜੀ ਤਿਉਹਾਰ ਦੇ ਕੇ ਜਾਂਦੇ ਹੋ, ਇਹਦੀ ਨਾ ਕਰਿਆ ਕਰੋ। ਮੁੰਡਾ ਸ਼ਾਇਦ ਏਦਾਂ ਦੀਆਂ ਐਗਜ਼ਾਮਪਲ ਸੁਣਦੇ ਆ ਵੀ ਗੱਲ ਅੰਗੂਠਾ ਦੇ ਕੇ ਵੀ ਜ਼ਮੀਨ ਤੇ ਆਪਣੇ ਨਾਮ ਕਰਵਾ ਲੈਣਾ। ਪਰ ਜਿੱਦਾਂ ਜਿਹੜੀ ਗੱਲ ਮੈਂ ਜ਼ਿਕਰ ਕਰ ਰਹੀ ਹਾਂ ਕਿ ਬਹੁਤੀਆਂ ਜਗ੍ਹਾਵਾਂ ਤੇ ਧੀਆਂ ਨਹੀਂ ਚਾਹਣਗੀਆਂ ਕਿ ਅਸੀਂ ਲਈਏ ਉਹਦੇ ਵਿੱਚੋਂ ਹਿੱਸਾ, ਪਰ ਕਿਤੇ ਨਾ ਪ੍ਰੈਸ਼ਰ ਕ੍ਰੀਏਟ ਜ਼ਰੂਰ ਹੋਊਗਾ ਕਿ ਇਹ ਲਿਆ ਜਾਵੇ। ਉਹ ਲਾਲਚ ਬਸ ਹੋਣਾ ਜਿਹੜੀ ਇਹ ਗਲਤੀ ਰਹੂਗੀ। ਪਰ ਕਾਨੂੰਨ ਬਣਨ ਦਾ ਮਕਸਦ ਇਹ ਹੈ ਵੀ ਅਗਰ ਕਿਸੇ ਜਗ੍ਹਾ ਤੇ ਧੀ ਨੂੰ ਜ਼ਰੂਰਤ ਹੈ, ਉਹ ਬੇਸ਼ੱਕ ਇਕੱਲੀ ਹੈ, ਉਹਦੇ ਤੇ ਕੋਈ ਪ੍ਰੈਸ਼ਰ ਹੈ ਜਾਂ ਨਹੀਂ ਹੈ, ਤਾਂ ਉਹਨੂੰ ਹੱਕ ਜ਼ਰੂਰ ਹੈ। ਹੱਕ, ਫਰਜ਼ ਜਾਂ ਲਾਲਚ, ਇਹ ਬਹੁਤ ਸਾਰੀਆਂ ਚੀਜ਼ਾਂ ਦਾ ਗਲਬਾ ਬਿਲਕੁਲ। ਜਿਹੜਾ ਸਿਮਰਨ ਅਕਸ ਕੀ ਕਹਿੰਦੀ ਹੈ ਕਿ ਕੁੜੀ, ਹਰ ਇੱਕ ਕੁੜੀ ਨੂੰ ਜਿਹਨੂੰ ਮਤਲਬ ਕੋਈ ਉਨੀ ਜ਼ਿਆਦਾ ਜ਼ਰੂਰਤ ਨਹੀਂ ਹੈ, ਵੈਸੇ ਕਾਨੂੰਨ ਹੈ ਜਿਹੜਾ ਸੁਪਰੀਮ ਕੋਰਟ ਨੇ ਬੜੀ ਜਦੋਂ ਸਾਡੇ ਉਹਨਾਂ ਨੇ ਉਹ ਸੁਪਰੀਮ ਨੇ ਤਾਂ ਮਤਲਬ ਉਹਨਾਂ ਨੇ ਬੜੇ ਸੋਚ ਸਮਝ ਕੇ ਬਣਾਇਆ ਹੋਣਾ, ਤੇ ਉਹਨਾਂ ਨੇ ਉਹ ਸਿਮਰਨ ਅਕਸ ਕੀ ਕਹਿੰਦੀ ਹੈ ਵੀ ਇਹ ਹਰ ਇੱਕ ਕੁੜੀ ਨੂੰ ਕਰਨਾ ਚਾਹੀਦਾ, ਜਾਂ ਜਿਸ ਨੂੰ ਜ਼ਰੂਰਤ ਹੈ ਉਸਨੂੰ ਕਰਨਾ ਚਾਹੀਦਾ। ਦੇਖੋ ਇਹ ਵੇਰੀ ਕਰੇਗਾ, ਸਾਰੇ ਤੇ ਮੁੰਡੇ ਵੀ ਨਹੀਂ ਉਸ ਤਰ੍ਹਾਂ ਗੱਲ ਅੰਗੂਠੇ ਦੇ ਕੇ ਜ਼ਮੀਨਾਂ ਆਪਣੇ ਨਾਮ ਕਰਵਾਉਂਦੇ, ਹਨਾ। ਉਹ ਵੀ ਮਾਪਿਆਂ ਨੂੰ ਬੜੇ ਤਰੀਕੇ ਨਾਲ ਰੱਖਦੇ ਨੇ ਤੇ ਉਹਦਾ ਨਾਲ ਭੁਗਤਦੇ ਵੀ ਨੇ ਉਸ ਚੀਜ਼ਾਂ ਦੇ ਵਿੱਚ, ਭੈਣਾਂ ਦੇ ਨਾਲ ਸਾਂਝ ਵੀ ਉੱਥੇ ਹੁੰਦੀ ਹੈ। ਪਰ ਜਿੱਥੇ ਮੈਨੂੰ ਲੱਗਦਾ ਕਿ ਹੁਣ ਇਹ ਨਹੀਂ ਕਿ ਤੁਹਾਨੂੰ ਤਲਵਾਰਬਾਜ਼ੀ ਆਉਂਦੀ ਹੈ ਤੇ ਤੁਸੀਂ ਉਹਨੂੰ ਲਗਾਤਾਰ ਗਲਾ ਵੱਢਦੇ ਤੁਰੇ ਜਾਓਗੇ, ਹਨਾ। ਇਹ ਚੀਜ਼ ਰੱਖਦੇ ਆ, ਪਰ ਜਦੋਂ ਸਾਨੂੰ ਜਿੱਥੇ ਲੋੜ ਪਏਗੀ, ਸਾਨੂੰ ਲੱਗੇਗਾ ਕਿ ਇਹ ਸਾਨੂੰ ਹੁਣ ਹੱਕ ਚਾਹੀਦਾ। ਕੁਆਰੇ ਹੁੰਦਿਆਂ ਵੀ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦੀ ਹਾਂ ਕਿ ਦੋ ਮੈਨੂੰ ਬੱਚੀਆਂ ਮਿਲੀਆਂ, ਦੋ ਬੜੀਆਂ ਪਿਆਰੀਆਂ ਕੁੜੀਆਂ, ਯੂਨੀਵਰਸਿਟੀ ਮੈਨੂੰ ਉਹ ਮਿਲੀਆਂ ਤੇ ਬੜੀਆਂ ਕਮਾਲ ਦੀਆਂ ਸਿੰਗਰ। ਉਹਨਾਂ ਨੇ ਆਖਿਆ ਕਿ ਘਰ ਦੇ ਸਾਨੂੰ ਸਿੰਗਿੰਗ ਨਹੀਂ ਕਰਨ ਦੇਣਾ ਚਾਹੁੰਦੇ, ਔਰ ਉੱਚੇ ਘਰਾਣੇ ਦੀਆਂ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਹੈ। ਉਹਨਾਂ ਨੇ ਕਿਹਾ ਕਿ ਅਸੀਂ
ਕਿਹਾ ਕਿ ਠੀਕ ਹੈ ਜੀ, ਜੇ ਤੁਸੀਂ ਸਾਨੂੰ ਇਹ ਨਹੀਂ ਪਸੰਦ ਕਰਦੇ ਕਿ ਅਸੀਂ ਇਸ ਲਾਈਨ ਦੇ ਵਿੱਚ ਨਾ ਜਾਈਏ, ਸਾਡੀ ਜ਼ਮੀਨ ਸਾਡੇ ਨਾਮ ਕਰਵਾਓ ਦੋਨਾਂ ਜਾਣੀਆਂ ਦੀ, ਅਸੀਂ ਆਪਣਾ ਫੋਰਨ ਚਲੀਆਂ ਜਾਵਾਂਗੀਆਂ ਜਾਂ ਆਪਣਾ ਕੰਮ ਅਲੱਗ ਕਰਦੀਆਂ। ਹੁਣ ਇੱਥੇ ਜਾ ਕੇ ਦਿੱਕਤ ਨਹੀਂ ਨਾ ਆਊਗੀ। ਇਸ ਤਰ੍ਹਾਂ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਜਿੱਦਾਂ ਇਮੋਸ਼ਨਲ ਹੁੰਦੀਆਂ ਕੁੜੀਆਂ ਥੋੜਾ ਜਿਹਾ ਜ਼ਿਆਦਾ, ਤੇ ਛੇਤੀ ਇਹ ਮੰਗ ਨਹੀਂ ਰੱਖੀ ਜਾਊਗੀ। ਪਰ ਇੱਕ ਸਟੈਪ ਤੇ ਹੈ ਨਾ ਕਿ ਬਾਈ ਚਾਂਸ ਜ਼ਰੂਰਤ ਹੈ ਜਾਂ ਉਹਨੂੰ ਲੋੜ ਹੈ, ਤਾਂ ਉੱਥੇ ਉਹਨੂੰ ਇਹ ਝਿਜਕ ਨਹੀਂ ਰਹੂਗੀ, ਉਹ ਮੰਗ ਸਕਦੀ ਹੈ। ਮੈਂ ਬਹੁਤ ਸਾਲ ਪਹਿਲਾਂ ਨਾਟਕ ਕੀਤਾ ਸੀ ਆਪਣਾ ਆਪਣਾ ਹਿੱਸਾ ਜੀ, ਅਜਮੇਰ ਔਲਖ ਜੀ ਦਾ ਨਾਟਕ ਆਪਣਾ ਆਪਣਾ ਹਿੱਸਾ। ਮੈਂ ਉਹਦੇ ਵਿੱਚ ਇਹ ਡਾਇਲੋਗ ਸੀ ਕਿ ਜਦੋਂ ਮਾਂ ਮਰ ਚੁੱਕੀ ਹੁੰਦੀ ਆ ਪਰ ਮਾਂ ਦੀ ਆਤਮਾ ਸਾਰਾ ਕੁਝ ਸੁਣਦੀ ਆ, ਮੈਂ ਉਹ ਮਾਂ ਦਾ ਰੋਲ ਕੀਤਾ ਸੀ, ਤਾਂ ਉਹਦੀ ਧੀ ਉਸ ਵੇਲੇ ਕਹਿੰਦੀ ਹੈ ਕਿ ਹੁਣ ਤਾਂ ਜੀ ਕਾਨੂੰਨ ਬਣ ਗਿਆ, ਧੀਆਂ ਵੀ ਆਪਦਾ ਹਿੱਸਾ ਲੈਂਦੀਆਂ ਨੇ। ਤਾਂ ਜਿਹੜਾ ਖੁੱਦਾ ਹੁੰਦਾ ਵੀ ਆ ਗਈ ਵੱਡੀ ਕਾਨੂੰਨ ਨਾਲ ਹੀ ਹਿੱਸਾ ਲੈਣ ਵਾਸਤੇ, ਤਾਂ ਮਾਂ ਇਸ ਚੀਜ਼ ਤੇ ਰਿਐਕਟ ਕਰਦੀ ਹੈ। ਤਾਂ ਉੱਥੇ ਉਹਦਾ ਕਰੈਕਟਰ ਇਹ ਸੀ ਕਿ ਉਹ ਲਾਲਚ ਵਾਲੀ ਹੈ, ਉਹ ਮਾਂ ਦੀਆਂ ਵਾਲੀਆਂ ਵੀ ਲਾ ਲੈਂਦੀ ਹੈ ਮਰੀ ਹੋਈ, ਹਨਾ। ਤਾਂ ਇਹ ਚੀਜ਼ਾਂ ਦੇਖਣ ਵਾਲੀਆਂ ਜ਼ਰੂਰ ਬਣਨਗੀਆਂ, ਪਰ ਹੱਕ ਤੇ ਜਿਹੜਾ ਹੈ ਉਹ ਤੇ ਕਾਨੂੰਨ ਵੱਲੋਂ ਤੇ ਹੈ ਨਾ। ਅੱਗੇ ਉਸ ਤੋਂ ਬਾਅਦ ਇਮੋਸ਼ਨਲ ਚੀਜ਼ਾਂ ਕੰਮ ਕਰਨਗੀਆਂ ਕਿ ਅਸੀਂ ਕਿੱਦਾਂ ਸੱਭਿਆਚਾਰ ਨੂੰ ਲੈ ਕੇ ਚੱਲ ਰਹੇ ਹਾਂ, ਸਾਡੀ ਸਾਂਝ ਕਿਸ ਤਰ੍ਹਾਂ ਦੀ ਹੈ। ਜੀ ਜੀ, ਇੱਕ ਮਾਂ ਹੁੰਦੀ ਹੈ ਜਿਹੜੀ, ਤਾਂ ਉਹ ਜਿਹੜੀ ਇੱਕ ਧੀ ਦਾ ਰਿਸ਼ਤਾ ਵਿਆਹ ਤੋਂ ਬਾਅਦ ਮਾਂ ਨਾਲ ਜ਼ਿਆਦਾ ਰਹਿ ਜਾਂਦਾ। ਬਾਕੀ ਵੈਸੇ ਤਾਂ ਸਭ ਨਾਲ ਹੀ ਹੁੰਦਾ, ਇਹ ਗੱਲ ਕੋਈ ਨਹੀਂ ਹੈ, ਅਲੱਗ-ਅਲੱਗ ਵੈਰੀ ਕਰਦਾ। ਬਟ ਧੀ ਜਿਹੜੀ ਆਪਣੇ ਸਹੁਰਿਆਂ ਦੀ ਇੱਕ ਇੱਕ ਗੱਲ ਆਪਣੀ ਮਾਂ ਨੂੰ ਦੱਸਦੀ ਵੀ ਹੈ, ਤੇ ਕੁਛ ਲੋਕ ਇਹ ਵੀ ਕਹਿ ਦਿੰਦੇ ਆ ਵੀ ਧੀ ਜਿਹੜੀ ਸਾਰਾ ਕੁਛ ਦੱਸਦੀ ਹੈ, ਇਸ ਕਰਕੇ ਕਈ ਵਾਰੀ ਸਹੁਰਿਆਂ ਚ ਉਹਦੀ ਬਣਦੀ ਨਹੀਂ। ਮਾਂ ਕੀ ਚਾਹੁੰਦੀ ਹੋਊਗੀ, ਮਾਂ ਇਹ ਚਾਹੁੰਦੀ ਹੋਊਗੀ ਕੀ ਲੱਗਦਾ ਪੰਜਾਬ ਦੀਆਂ ਮਾਵਾਂ ਨੇ ਜੋ, ਜਾਂ ਮੋਸਟ ਆਫ ਜੇ ਇਹੋ ਜਿਹੀ, ਕਿਉਂਕਿ ਆਪਾਂ ਪੰਜਾਬ 'ਚ ਬੈਠੇ, ਵੈਸੇ ਰੂਲ ਸਾਰੇ ਭਾਰਤ ਲਈ ਬਣਿਆ, ਤਾਂ ਪੰਜਾਬ ਦੀ ਗੱਲ ਕਰਾਂਗੇ। ਕੀ ਲੱਗਦਾ ਪੰਜਾਬ ਦੀਆਂ ਮਾਵਾਂ ਆਪਣੇ ਪੁੱਤ ਤੋਂ ਉੱਪਰ ਹੋ ਕੇ ਧੀ ਨੂੰ ਤਰਜੀਹ ਦੇਣਗੀਆਂ ਵੀ ਸਾਡੀ ਧੀ ਵੀ ਜ਼ਮੀਨ ਦਾ ਹਿੱਸਾ ਲਵੇ? ਆਪਣੀਆਂ ਮਾਵਾਂ ਦਾ ਨਾ ਮੈਂ ਇੱਕ ਅਲੱਗ ਜਿਹੀ ਕਨਸੈਪਟ ਦੇਖਿਆ, ਖੈਰ ਹੋ ਹੀ ਜਾਂਦਾ ਮੇਰੇ ਖਿਆਲੇ ਜਾ ਕੇ, ਕਿ ਸਭ ਤੋਂ ਵੱਡੀ ਚੀਜ਼ ਤਾਂ ਪਹਿਲੀ ਗੱਲ ਜਿਹੜਾ ਕਲਚਰਲ ਉਹ ਹੈ ਕਿ ਉਹਨਾਂ ਨੇ ਰਹਿਣਾ ਆਪਣੇ ਪੁੱਤਰਾਂ ਦੇ ਨਾਲ ਹੈ, ਹਨਾ। ਤਾਂ ਇਸ ਜ਼ਮੀਨ ਨੂੰ ਸਾਂਭ ਕੇ ਰੱਖਣ ਦਾ, ਆਪਣੇ ਨਾਮ ਕਰਾ ਕੇ ਰੱਖਣ ਦਾ, ਤੇ ਪੁੱਤਰ ਦੇ ਨਾਮ ਵੰਡ ਕੇ ਕਰਵਾਉਣ ਦੇ ਪਿੱਛੇ ਇਹ ਜਿਹੜੀ ਬੁਢਾਪੇ ਦੀ ਸਿਕਿਉਰਿਟੀ ਸਭ ਤੋਂ ਵੱਡਾ ਕੰਮ ਕਰਦੀ ਹੈ। ਕਿਸੇ ਨਾ ਕਿਸੇ ਕਿ ਮੋਹ ਥੋੜਾ ਜਿਹਾ ਪਾਸੇ ਹੋ ਜਾਂਦਾ ਵੀ ਇਹ ਸਾਡਾ ਪੁੱਤਰ ਹੈ, ਪਰ ਉੱਥੇ ਪੇਰੈਂਟਸ ਨੂੰ ਵੀ ਪਤਾ ਲੱਗਣ ਲੱਗ ਜਾਂਦਾ ਵੀ ਇਹਨੇ ਸਾਨੂੰ ਤਾਂ ਸਾਂਭਣਾ ਜੇ ਸਾਡੇ ਕੋਲ ਕੁਝ ਹੋਊਗਾ, ਹਨਾ। ਅਸੀਂ ਸਹੁਰਿਆਂ ਦੀ ਜਾਇਦਾਦ ਦੇ ਵਿੱਚੋਂ ਭਰਾਵਾਂ ਨੂੰ ਹਿੱਸਾ ਵੰਡ ਕੇ ਦਿੱਤਾ, ਤਾਂ ਇੱਕ ਮੰਮੀ ਪਾਪਾ ਜੀ ਦਾ ਹਿੱਸਾ ਅਸੀਂ ਰੱਖ ਲੈਂਦੇ ਹਾਂ ਵੀ ਇਹ ਉਹਨਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਸੋ ਮਾਂ ਬੇਸ਼ੱਕ ਲੱਖ ਪੱਲੜਾ ਭਾਰੀ ਹੋਵੇ ਧੀ ਵਾਲੇ ਪਿਆਰ ਦਾ, ਪਰ ਮਾਂ ਫੇਰ ਵੀ ਜਿਹੜਾ ਹੱਕ ਪੂਰਦੀ ਹੈ ਪੁੱਤਰ ਦਾ ਹੀ ਪੂਰਦੀ ਹੈ। ਇਹ ਬਹੁਤ ਵੱਡੀ ਸੱਚਾਈ ਹੈ, ਕਿਉਂਕਿ ਉਹਨੂੰ ਇਹ ਪਤਾ ਕਿ ਮੈਂ ਰਹਿਣਾ ਇਹਦੇ ਨਾਲ ਹੈ, ਮੈਨੂੰ ਸਾਂਭਣਾ ਇਹਨੇ ਹੈ। ਆਪਣੇ ਰਿਵਾਜ ਨਾ ਹੈ ਕਿ ਜੇ ਮੁੰਡਾ ਬਹੁਤ ਜ਼ਿਆਦਾ ਖਰਾਬ ਵੀ ਹੈ, ਮੁੰਡਾ ਬਹੁਤ ਜ਼ਿਆਦਾ ਘਟੀਆ ਵੀ ਹੈ, ਉਹ ਪਿਓ ਮਾਂ ਨਾਲ ਜਿਵੇਂ ਮਰਜ਼ੀ ਡੀਲ ਕਰੇ, ਪਰ ਇਹ ਹੱਕ ਨਹੀਂ ਵੀ ਮਾਂ ਜਾ ਕੇ ਕੁੜੀ ਦੇ ਘਰੇ ਰਹਿ ਪਊਗੀ। ਰੇਅਰ ਚਾਂਸਸ ਨੇ, ਰੇਅਰ। ਅੱਛਾ, ਸੁਪਰੀਮ ਕੋਰਟ ਨੇ ਜੋ ਰੀਸੈਂਟ ਸਟੇਟਮੈਂਟ ਦਿੱਤੀ ਹੈ, ਜਦੋਂ ਇਹ ਡਿਕਲੇਅਰ ਕੀਤਾ, ਤਾਂ ਉਹਨਾਂ ਨੇ ਇੱਕ ਕੁਛ ਗੱਲ ਕਹੀ, ਬਤੌਰ ਮੁੰਡਾ ਹੋਣ ਦੇ ਨਾਤੇ ਮੈਨੂੰ ਥੋੜਾ ਜਿਹਾ ਅਨਕੰਫਰਟੇਬਲ ਜਿਹਾ ਲੱਗਿਆ। ਉਹ ਕਹਿੰਦੇ ਆ ਡਾਟਰ ਆਲਵੇਜ਼ ਰਿਮੇਨਸ ਅ ਲਵਿੰਗ ਡਾਟਰ। ਵੈਸੇ ਸੱਚਾਈ ਹੈ, ਹਮੇਸ਼ਾ ਕੁੜੀ ਜਿਹੜੀ ਧੀ ਰਾਣੀ ਹੁੰਦੀ ਹੈ ਉਹ ਮਾਪਿਆਂ ਦੇ ਨਾਲ ਬਹੁਤ ਜਜ਼ਬਾਤਾਂ ਤਰੀਕੇ ਨਾਲ ਜੁੜੀ ਹੁੰਦੀ ਹੈ। ਕਹਿੰਦਾ ਡਾਟਰ ਆਲਵੇਜ਼ ਰਿਮੇਨਸ ਅ ਲਵਿੰਗ ਡਾਟਰ, ਆ ਸਨ ਇਜ਼ ਆ ਸਨ ਅੰਟਿਲ ਹੀ ਗੈਟਸ ਅ ਵਾਈਫ। ਕਿੰਨੀ ਸੱਚਾਈ ਹੈ, ਜਦੋਂ ਉਹ ਕਹਿੰਦੇ ਵੀ ਕੁੜੀ ਹਮੇਸ਼ਾ ਧੀ ਰਹਿੰਦੀ ਹੈ, ਧੀ ਹਮੇਸ਼ਾ ਧੀ ਰਹਿੰਦੀ ਹੈ, ਪਰ ਪੁੱਤਰ ਉਦੋਂ ਤੱਕ ਪੁੱਤਰ ਰਹਿੰਦਾ ਜਦੋਂ ਤੱਕ ਉਹਨੂੰ ਘਰ ਵਾਲੀ ਨਹੀਂ ਮਿਲ ਜਾਂਦੀ, ਬਾਅਦ ਚੋਂ ਸਿਰਫ ਘਰ ਵਾਲਾ ਬਣ ਕੇ ਰਹਿ ਜਾਂਦਾ। ਦੇਖੋ ਥੋੜਾ ਜਿਹਾ ਫਰਕ ਤੇ ਕਿਤੇ ਨਾ, ਪਤਾ ਨਹੀਂ ਮੈਂ ਧੀ ਆ, ਮੈਂ ਉਸ ਚੀਜ਼ ਨੂੰ ਹਨਾ ਫੀਲ ਕਰਦੀ ਹਾਂ, ਪਰ ਇਹ ਵੀ ਗੱਲ ਨਹੀਂ ਹੈ ਜਦੋਂ ਧੀ ਨੂੰ ਵੀ ਘਰ ਵਾਲਾ ਮਿਲ ਜਾਂਦਾ, ਉਹਦਾ ਆਪਣਾ ਪਰਿਵਾਰ ਹੋ ਜਾਂਦਾ, ਤਾਂ ਉਹਦਾ ਉੱਧਰਲਾ ਝੁਕਾਅ ਥੋੜਾ ਘਟ ਜਾਂਦਾ, ਉਹ ਆਪਣੇ ਟੱਬਰ ਦੀ ਵੀ ਹੋ ਜਾਂਦੀ ਹੈ। ਸੇਮ ਮੁੰਡਾ ਕਰਦਾ ਕਿ ਉਹ ਆਪਣੇ ਉਸ ਫੈਮਿਲੀ ਦੇ ਵਿੱਚ ਇਨਵੋਲਵ ਹੋ ਜਾਂਦਾ, ਹਨਾ। ਸੋ ਇਹ ਬਹੁਤੀਆਂ ਚੀਜ਼ਾਂ ਜਿਹੜੀਆਂ ਨਾਲੋਂ ਨਾਲ ਤੁਰਦੀਆਂ ਨੇ। ਵੈਸੇ ਮੈਂ ਵੀ ਇਸ ਸਟੇਟਮੈਂਟ ਤੇ ਬਹੁਤੀ ਖੁਸ਼ ਵੀ ਨਹੀਂ ਮੈਂ ਕਹਾਂਗੀ, ਪਰ ਕਿਤੇ ਨਾ ਕਿਤੇ ਤਾਂ ਗੁਰਪਾਲ ਇਹ ਸੱਚਾਈਆਂ ਹੈਗੀਆਂ ਨੇ। ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਹਾਲਾਂਕਿ ਇਹ ਨਾਰੀਵਾਦ ਦੇ ਅਸੀਂ ਜਦੋਂ ਬਰਖਲਾਫ ਗੱਲ ਕਰਦੇ ਹਾਂ, ਤਾਂ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਜਦੋਂ ਨੂੰਹ ਆਉਂਦੀ ਹੈ ਜੀ ਪਰਿਵਾਰ ਦੇ ਵਿੱਚ ਏਦਾਂ ਦੀਆਂ ਚੀਜ਼ਾਂ ਵਾਪਰਨ ਲੱਗ ਜਾਂਦੀਆਂ ਨੇ, ਹਨਾ। ਪਰ ਫਿਰ ਤੁਹਾਡੀ ਵਾਲੀ ਗੱਲ ਇੱਕ ਚੇਨ ਚੱਲਣੀ ਆ, ਜੇ ਉਹ ਕੁੜੀ ਉਹਦੀ ਲਵਿੰਗ ਹੋ ਕੇ ਰਹਿੰਦੀ ਹੈ, ਉਧਰੋਂ ਫਿਰ ਉਹ ਜਿਹੜੀ ਨੂੰਹ ਹੈ ਉਹ ਵੀ ਆਪਣੇ ਪੇਰੈਂਟਸ ਦੇ ਹੱਕ ਦੇ ਵਿੱਚ ਖੜਦੀ ਹੈ ਜਾਂ ਉਹਨਾਂ ਤੋਂ ਜ਼ਮੀਨ ਦਾ ਹਿੱਸਾ ਲੈ ਕੇ ਆਉਂਦੇ, ਤਾਂ ਚੇਨ ਬਰਾਬਰ ਤੁਰੂਗੀ, ਹਨਾ। ਹੁਣ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਅੱਗੇ ਜਾ ਕੇ ਬਣਦਾ, ਮੁੰਡੇ ਬਦਲਦੇ ਨੇ ਜਾਂ ਕਿਸ ਤਰ੍ਹਾਂ ਦਾ, ਤੋਂ ਰੁਖ ਨਹੀਂ ਪਤਾ ਲੱਗ ਜਾਣਾ। ਅਸੀਂ ਇਸ ਕੇਸ ਨੂੰ ਜੇ ਬੇਸ ਲੈ ਕੇ ਚੱਲੀਏ, ਕੀ ਵਜ੍ਹਾ ਹੈ ਕਿ ਉਸ ਮੁੰਡੇ ਨੇ ਮਨਾ ਕੀਤਾ ਕਿ ਮੈਂ ਭੈਣ ਨੂੰ ਹਿੱਸਾ ਨਹੀਂ ਦੇਣਾ? ਕੋਈ ਵਜ੍ਹਾ? ਉਹਨੂੰ ਆਪਣੀ ਜਾਇਦਾਦ ਉਸਦੀ, ਯਾਨੀ ਕਿ ਉਹਨੂੰ ਭੈਣ ਦੇ ਰਿਸ਼ਤੇ ਨਾਲੋਂ, ਉਹਨੂੰ ਮਾਂ ਦੇ ਰਿਸ਼ਤੇ ਨਾਲੋਂ ਆਪਣੀ ਜਾਇਦਾਦ ਖੁਦ ਕਰਾਈ। ਪਰ ਹੁਣ ਇਹ ਦੇਖਿਓ ਕਿ ਉਹ ਜ਼ਮੀਨ ਦਾ ਹੱਕ ਲੈਣ ਤੋਂ ਬਾਅਦ ਕੁੜੀ ਦਾ ਆਪਣੀ ਮਾਂ ਦੇ ਨਾਲ ਰਿਸ਼ਤਾ ਬਦਲੂਗਾ? ਨਹੀਂ ਬਦਲੂ, ਸਗੋਂ ਬੁਰਾ ਹੋ ਜਾਣਾ, ਮੁੰਡੇ ਦਾ ਰਿਸ਼ਤਾ ਟੁੱਟ ਜਾਣਾ, ਜਿੱਥੇ ਤੱਕ ਮੈਨੂੰ ਲੱਗਦਾ ਇਸ ਚੀਜ਼ ਦੇ ਬਾਰੇ। ਫਿਰ ਇਸ ਦੇ ਨਾਲ ਜਿਹੜਾ
ਸਮਾਜਿਕ ਸਾਂਝ ਚੱਲ ਰਹੀ ਹੈ ਤੇ ਉਹ ਮਤਲਬ ਖਰਾਬ ਤਾਂ ਹੋਊਗੀ ਨਾ, ਕਾਫੀ ਹੱਦ ਤੱਕ ਖਰਾਬ ਹੋਊਗੀ। ਕਿਤੇ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦੀ ਆੜ ਦੇ ਵਿੱਚ, ਜਿੱਦਾਂ ਅਕਸਰ ਮੁੰਡੇ ਆਖਦੇ ਨੇ, ਮੈਂ ਥੋੜੇ ਦਿਨ ਪਹਿਲਾਂ ਰੱਖੜੀ ਤੇ ਕੋਈ ਜਾ ਰਹੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਕਿੱਧਰ ਜਾ ਰਹੇ ਹੋ ਕਿਤੇ, ਕਹਿੰਦੇ ਹਾਂ ਮੈਂ ਸੰਧਾਰਾ ਲੈ ਕੇ ਚੱਲਿਆ ਭੈਣ ਵਾਸਤੇ। ਚਲੋ ਕਹਿੰਦੇ ਇੰਨਾ ਹੱਕ ਹੁੰਦਾ, ਵਿਚਾਰੀਆਂ ਆਪਣੀ ਜ਼ਮੀਨ ਛੱਡ ਕੇ ਜਾਂਦੀਆਂ ਨੇ। ਉਹ ਹੁਣ ਮੈਂ ਸ਼ਬਦ ਪੁੱਛੇ ਵੀ ਛੱਡ ਕੇ ਨਹੀਂ ਜਾਂਦੀਆਂ ਪਰ ਖਵਾ ਲੈਂਦੇ ਆ ਕਹਿ ਕੇ ਨਾ ਜੀ, ਧੀਆਂ ਦੇ ਤਾਂ ਮਰਨ ਵੇਲੇ ਕਫਨ ਵੀ ਪੇਕੇ ਪਾ ਕੇ ਜਾਂਦੇ ਨੇ। ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਅਸੀਂ ਇਮੋਸ਼ਨਲੀ ਬੜਾ ਹੋ ਰੱਖਿਆ ਹੋਇਆ। ਪਰ ਗੁਰਪਾਲ ਜੀ ਬੜਾ ਫੇਅਰ ਹੋ ਕੇ ਸੋਚੀਏ ਤਾਂ ਮੈਨੂੰ ਲੱਗਦਾ ਬਹੁਤ ਸੋਹਣਾ ਸਟੈਪ ਹੈ। ਤੁਸੀਂ ਧੀਆਂ ਦੇ ਲਈ ਇਹ ਛੱਡ ਦੋ ਨਾ, ਆਪਾਂ ਕਿਉਂ ਉਹਦੇ ਲਈ ਦਾਜ ਦਹੇਜ ਇਕੱਠਾ ਕਰਨਾ, ਆਪਾਂ ਕਿਉਂ ਉਹਦੇ ਵਿਆਹਾਂ ਤੇ ਏਡਾ ਵੱਡਾ ਅਰੇਂਜਮੈਂਟਸ ਕਰਨੇ ਨੇ, ਤੁਸੀਂ ਕਿਉਂ ਨਿੱਕੀ ਹੁੰਦੀ ਤੋਂ ਜੋੜਨਾ ਸ਼ੁਰੂ ਕਰ ਦੇਣਾ, ਕੱਲ ਨੂੰ ਕੁੜੀ ਵਿਆਹੁਣੀ ਹੈ, ਛੱਡ ਦਵੋ। ਤੁਹਾਡੇ ਕੋਲੇ ਤਿਲ ਫੁੱਲ ਜਿੰਨਾ ਵੀ ਆ ਉਹਦਾ ਹਿੱਸਾ ਬਰਾਬਰ ਵੰਡ ਕੇ ਰੱਖ ਲਓ। ਆ ਪੁੱਤਰ ਜੀ ਤੁਹਾਡਾ, ਆ ਧੀਏ ਤੇਰਾ, ਉਸੇ ਦੇ ਮੁਤਾਬਿਕ ਉਹ ਚੱਲਣਗੇ। ਆਪਾਂ ਕਹਿੰਦੇ ਜੀ ਮੁੰਡੇ ਵਿਗੜ ਜਾਂਦੇ ਆ, ਨਸ਼ੇ 'ਚ ਪੈ ਜਾਂਦੇ ਆ। ਰੀਜ਼ਨ ਕੀ ਹੈ? ਕੁੜੀ ਕਿਉਂ ਨਹੀਂ ਨਸ਼ੇ 'ਚ ਪੈ ਕੇ ਵਿਗੜ ਜਾਂਦੀ, ਆਵਾਰਾ ਨਿਕਲਦੀ ਜ਼ਿਆਦਾ? ਇਸ ਕਰਕੇ ਨਾ, ਕਿਉਂਕਿ ਮੁੰਡੇ ਨੂੰ ਪਹਿਲਾਂ ਹੀ ਦਿਸਣ ਲੱਗ ਜਾਂਦਾ ਪਿਓ ਦੀ ਇੰਨੀ ਜਾਇਦਾਦ ਆ, ਮੇਰੇ ਕੋਲੇ ਸਿੱਧੀ ਆ ਜਾਣੀ ਹੈ। ਇੰਪੈਕਟ ਇਸ ਚੀਜ਼ ਦਾ। ਜੀ ਪਰ ਸਿਮਰਨ, ਬਹੁਤ ਵਧੀਆ ਗੱਲਾਂ ਤੁਸੀਂ ਕੀਤੀਆਂ ਇਸ ਮਾਮਲੇ ਦੇ ਵਿੱਚ ਵੀ। ਮੰਨ ਲਓ ਵੀ ਜੇ ਇੱਕ ਮੁੰਡਾ ਨਸ਼ੇ ਦੇ ਵਿੱਚ ਹੋਵੇ ਤੇ ਹਨਾ, ਉਹਨੇ ਨਸ਼ੇ ਦੇ ਵਿੱਚ ਜ਼ਮੀਨ ਉਜਾੜਨੀ ਹੈ, ਉਸ ਤੋਂ ਚੰਗਾ ਉਸਦੀ ਭੈਣ ਜੇ ਜ਼ਮੀਨ, ਉਸਦੀ ਭੈਣ ਨੂੰ ਜ਼ਮੀਨ ਮਿਲੇ ਤਾਂ ਕਿੰਨਾ ਬਿਹਤਰ ਹੈ। ਉਹ ਕਿਸ ਤਰੀਕੇ ਨਾਲ ਸੰਭਾਲੇਗੀ, ਕਿਸੇ ਦੇ ਕੰਮ ਆਏਗੀ ਹਨਾ। ਉਹਨੇ ਤਾਂ, ਮੁੰਡੇ ਨੇ ਤਾਂ, ਜਿਵੇਂ ਸੁਪਰੀਮ ਕੋਰਟ ਨੇ ਸਟੇਟਮੈਂਟ 'ਚ ਵੀ ਦਿੱਤਾ ਹੈ। ਔਰ ਪਰ ਸਿਮਰਨ, ਇੱਥੇ ਨਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੁੜੀਆਂ ਦਾ ਤੇ ਮੁੰਡਿਆਂ ਦਾ ਵਿਗੜਨਾ ਹਨਾ, ਬਹੁਤ ਸਾਰੀਆਂ ਕੁੜੀਆਂ, ਲੋਕ ਕਈ ਇਹ ਇਲਜ਼ਾਮ ਲਾਉਂਦੇ ਨੇ ਕਿ ਬਹੁਤ ਸਾਰੀਆਂ ਕੁੜੀਆਂ ਵੀ ਇਹ ਚਾਹੁੰਦੀਆਂ ਨੇ ਕਿ ਜਦੋਂ ਮੈਂ ਵਿਆਹੀ ਜਾਵਾਂ ਤੇ ਬਸ ਮੈਂ ਉਸ ਮੁੰਡੇ ਨਾਲ ਵਿਆਹੀ ਜਾਵਾਂ ਜਿਹਦੀ ਲਾਈਫ ਸੈੱਟ ਹੋਵੇ ਤੇ ਸਟੇਬਲ ਹੋਵੇ। ਜਦ ਕਿ ਇੱਕ ਮੁੰਡੇ ਦੀ ਫੀਲਿੰਗ ਇਹ ਹੁੰਦੀ ਵੀ ਮੈਂ ਉਸ ਕੁੜੀ ਨਾਲ ਵਿਆਹੀ ਜਾਵਾਂ ਜਿਹੜੀ ਮੇਰੇ ਨਾਲ ਅੰਡਰਸਟੈਂਡਿੰਗ ਰੱਖਦੀ ਹੋਵੇ, ਸੋਹਣੀ ਸੁਨੱਖੀ ਹੋਵੇ, ਜਾਂ ਕੁਛ ਹੋਰ ਮੰਗਾਂ ਹੁੰਦੀਆਂ ਨੇ। ਕੁੜੀ ਕਿਉਂ ਮੰਗਦੀ ਹੈ ਸਟੇਬਲ, ਜਿਹੜਾ ਹਸਬੈਂਡ ਹੋਵੇ ਉਹਦਾ ਵੀ ਉਹ ਆਲਰੇਡੀ ਸਟੇਬਲ ਹੋਵੇ, ਹਸਬੈਂਡ ਹੋਵੇ ਵੀ ਜੇ ਮੈਂ ਜਾਵਾਂ ਤਾਂ ਜ਼ਿਆਦਾਤਰ ਇਹ ਹੁੰਦਾ ਵੀ ਮੈਂ ਜਾਵਾਂ ਤਾਂ ਉੱਥੇ ਜਾ ਕੇ ਬਸ ਮੈਨੂੰ ਸੌਖ ਮਿਲੇ। ਉਹ ਆਪਣੇ ਆਪ ਦੇ ਉੱਤੇ ਇੰਨਾ ਪ੍ਰੈਸ਼ਰ ਕਿਉਂ ਨਹੀਂ ਲੈਂਦੀ ਜਿੰਨਾ ਇੱਕ ਮਰਦ ਤੇ ਹੁੰਦਾ? ਨਹੀਂ, ਇਹ ਗੱਲ ਤੁਹਾਡੀ ਹੈ, ਕਿਤੇ ਨਾ ਕਿਤੇ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਕਿ ਕੁੜੀਆਂ ਤੇ ਉਹ ਪ੍ਰੈਸ਼ਰ ਨਹੀਂ ਹੁੰਦਾ। ਤੁਸੀਂ BA ਕਰਨ ਤੋਂ ਬਾਅਦ, MA ਕਰਨ ਤੋਂ ਬਾਅਦ ਮੁੰਡਿਆਂ ਦੇ ਲਈ ਬਹੁਤ ਵੱਡਾ ਇੱਕ ਸਵਾਲ ਖੜਾ ਹੋ ਜਾਂਦਾ ਕਿ ਜੌਬ ਲੈਣੀ ਆ, ਹਨਾ। ਕੁੜੀਆਂ ਨੂੰ ਕਹਿ ਚਲੋ ਇੰਨਾ ਕੁ ਪੜ੍ਹ ਲਈ, ਸਕੂਲ ਚ ਲੱਗ ਗਈ ਤਾਂ ਵੀ ਕੀ ਹੈ, ਛੱਡ ਵੀ ਦਊ ਤਾਂ ਵੀ ਕੀ ਹੈ। ਪਰ ਫਿਰ ਵੀ ਗੁਰਪਾਲ, ਮੈਨੂੰ ਲੱਗਦਾ ਆਪਾਂ ਅੱਜ ਦੀ ਜਨਰੇਸ਼ਨ ਵਾਲੇ ਇਸ ਚੀਜ਼ ਨੂੰ ਸਮਝ ਸਕਦੇ ਆ। ਉਹ ਕੁਛ ਇੱਕ ਤਬਕਾ ਹੋਏਗਾ, ਮੈਂ ਉਸਨੂੰ ਸ਼ਾਇਦ ਐਲੀਟ ਕਲਾਸ ਵੀ ਕਹਿ ਸਕਦੀ ਹਾਂ, ਜਿਹੜੀ ਇਸ ਚੀਜ਼ ਨੂੰ ਏਦਾਂ ਦਾ, ਜਾਂ ਫਿਰ ਜਿਹੜੀਆਂ ਬਿਲਕੁਲ ਨਹੀਂ ਪੜ੍ਹੀਆਂ ਲਿਖੀਆਂ। ਆਪਣੀ ਜਿਹੜੀ ਕਲਾਸ, ਜਿੱਦਾਂ ਮੈਂ ਮਿਡਲ ਕਲਾਸ ਦੇ ਵਿੱਚ ਹਾਂ, ਹਨਾ, ਤਾਂ ਆਪਾਂ ਉਮਰਾਂ ਦਾ ਹਾਣੀ ਵੀ ਲੱਭਦੇ ਆ, ਸੋਚ ਦਾ ਹਾਣੀ ਵੀ ਲੱਭਦੇ ਆ, ਰੂਹ ਦਾ ਹਾਣੀ ਵੀ ਲੱਭਦੇ ਆ। ਮੈਂ ਜਦੋਂ ਮੈਰਿਜ ਕਰਦੀ ਸੀ, ਹਾਂ, ਇਹ ਜ਼ਰੂਰ ਤੁਸੀਂ ਦੇਖੋਗੇ ਕਿ ਲਾਈਫ ਦੀ ਸਿਕਿਉਰਿਟੀ ਹੋਵੇ। ਇਹ ਨਹੀਂ ਕਿ ਮੈਂ PhD ਕੀਤੀ ਹੈ, ਮੈਂ +2 ਨਾਲ, ਹਨਾ, ਉਹ ਇਸ਼ਕ ਅੰਨਾ ਹੁੰਦਾ ਹੋਏਗਾ, ਪਰ ਇੰਨਾ ਵੀ ਇੰਨਾ ਨਹੀਂ ਹੁੰਦਾ ਕਿਉਂਕਿ ਜੀ ਉਹਨੂੰ ਦੇਖ ਕੇ ਨਾ ਚੱਲੇ। ਉਹ ਤਾਂ ਦੋਨਾਂ ਜੀਆਂ ਦਾ ਹੁੰਦਾ ਹੈ। ਮੈਂ ਅਗਰ ਕਹਾਂ ਕਿ ਹੁਣ ਮੈਂ ਆਪਣੇ ਹਸਬੈਂਡ ਨੂੰ ਕਹਾਂ ਮੈਂ ਤਾਂ ਜੀ ਜੌਬ ਛੱਡਣ ਲੱਗੀ ਹਾਂ, ਤੁਸੀਂ ਕਮਾਓ, ਨਹੀਂ, ਇਹ ਇੰਨੀਆਂ ਛੋਟੀਆਂ ਤੇ ਸੌਖੀਆਂ ਗੱਲਾਂ ਨਹੀਂ। ਲੋਕ ਭਾਵੇਂ ਜੋ ਮਰਜ਼ੀ ਆਖਣ, ਤਾਂ ਹੁਣ ਅਸੀਂ ਸੋਚ ਕੇ ਉਦਾਂ ਚੱਲਦੇ ਹਾਂ ਕਿ ਇੱਕੋ ਜਿਹੇ ਕਦਮ ਬਰਾਬਰ ਤਾਂ ਵਧਣਗੇ ਜੋ ਫਾਈਨੈਂਸ਼ੀਅਲ ਤੌਰ ਤੇ ਵੀ, ਪੜ੍ਹਾਈ ਦੇ ਤੌਰ ਤੇ ਵੀ, ਸਾਰੀਆਂ ਚੀਜ਼ਾਂ ਪੱਖੋਂ ਬਰਾਬਰ ਹੋਵਾਂਗੇ। ਕੁੜੀਆਂ ਆਖਦੇ ਕਿ ਇਕੱਲੇ ਰਾਜਕੁਮਾਰਾਂ ਦੇ ਸੁਪਨੇ ਲੈਂਦੇ ਨੇ, ਤਾਂ ਮੁੰਡੇ ਵੀ ਉਸ ਤਰ੍ਹਾਂ ਦੀਆਂ ਕੁੜੀਆਂ ਦੇ ਸੁਪਨੇ ਰੱਖਦੇ ਨੇ ਕਿ ਉਹ ਜੀ ਮੇਰੇ ਜਿਹੜਾ ਗਾਣੇ ਵੀ ਦੇਖਦੇ ਆ ਵੀ, ਜਦੋਂ ਮੇਰਾ ਵੱਡਾ ਵੀਰਾ ਆ ਗਿਆ, ਟੀਵੀ ਦੀ ਆਵਾਜ਼ ਕਰ ਲਈ, ਮੇਰਾ ਡੈਡੀ ਆ ਗਿਆ ਤਾਂ ਤੂੰ ਘੁੰਡ ਕੱਢ ਕੇ ਬੈਠ ਜਾਵੀਂ। ਉਹਨਾਂ ਦੇ ਸੁਪਨੇ ਉਸ ਤਰ੍ਹਾਂ ਦੇ ਨੇ, ਹਨਾ। ਨਹੀਂ, ਪਰ ਜਿਵੇਂ ਮੁੰਡਿਆਂ ਦੀ ਜਿਹੜੀ ਹੁੰਦਾ ਹੈ ਫੀਲ, ਮਤਲਬ ਵਿਆਹ ਦੇ ਤੌਰ ਤੇ ਜ਼ਿਆਦਾਤਰ, ਜਿਵੇਂ ਤੁਸੀਂ ਤਬਕਾ ਕਿਹਾ ਨਾ, ਤਾਂ ਜਦੋਂ ਕੁੜੀਆਂ ਤਬਕਾ ਕਹਿੰਦੀਆਂ ਤਾਂ ਮੰਨਣਾ, ਮਤਲਬ ਮੈਨੂੰ ਲੱਗਦਾ ਵੀ ਮੁੰਡੇ ਮੰਨ ਜਾਂਦੇ ਨੇ, ਹਾਂ ਵੀ ਹਾਂ ਬਿਲਕੁਲ ਯਾਰ, ਹਰ ਕੋਈ ਵੀ ਕੁੜੀ ਸੈਂਸਿਟਿਵ ਸੁਭਾਅ ਦੀ ਹੁੰਦੀ ਹੈ, ਹਰ ਕੋਈ ਏਦਾਂ ਨਹੀਂ ਹੋਊਗਾ ਵੀ ਹਰ ਕੋਈ ਏਦਾਂ ਹੀ ਸੋਚਦੇ ਹੋਊ ਵੀ ਪੈਸਾ ਹੋਵੇ, ਬਹੁਤ ਸਾਰਾ ਹੋਣਗੇ। ਪਰ ਸ਼ਾਇਦ ਜਦੋਂ ਮੁੰਡੇ ਨੂੰ ਆਪਾਂ ਕਹਿੰਦੇ ਵੀ ਇਹ ਵੀ ਤਬਕਾ ਹੀ ਹੁੰਦਾ ਇੱਕ ਛੋਟਾ, ਜਦੋਂ ਕੁੜੀਆਂ ਖੈਰ ਘੱਟ ਮੰਨਦੀਆਂ ਨੇ, ਕਹਿੰਦੀਆਂ ਨਹੀਂ ਮੁੰਡੇ ਸਾਰੇ ਇੱਕੋ ਜਿਹੇ ਤਰ੍ਹਾਂ ਦੇ ਹੁੰਦੇ ਨੇ। ਅੱਛਾ, ਪਰ ਇਹਦੇ ਵਿੱਚ ਜਿਹੜੀ ਆਪਾਂ ਪ੍ਰਾਪਰਟੀ ਦੀ ਗੱਲ ਕਰਦੇ ਹਾਂ, ਮੰਨ ਲਓ ਵੀ ਪ੍ਰਾਪਰਟੀ, ਕੁੜੀ ਤੇ ਜਿਹੜਾ ਭੈਣ ਦੇ ਭਰਾ ਦਾ, ਫਿਰ ਰਿਸ਼ਤੇ ਤੇ ਗੱਲ ਆਉਂਦੀ, ਜਿਹੜਾ ਭੈਣ ਦੇ ਭਰਾ ਦਾ ਰਿਸ਼ਤਾ ਹੈ, ਉਹ ਭਰਾਵਾਂ ਦੀ ਆਪਣੀ ਫੀਲ ਹੋਵੇ, ਮੰਨ ਲਓ ਵੀ ਦੇਣਾ ਏਦਾਂ। ਮੰਨ ਲਓ ਵੀ ਤੁਹਾਨੂੰ ਲੱਗਦਾ ਵੀ ਜੇ ਮੰਨ ਲਓ ਵੀ ਇਸ ਤੋਂ ਬਾਅਦ ਜਦੋਂ ਸਾਰੇ ਲੋਕ, ਹਜੇ ਤਾਂ ਲੋਕ ਜ਼ਿਆਦਾ ਅਵੇਅਰ ਨਹੀਂ ਹੋਏ, ਜਦੋਂ ਪੂਰੇ ਅਵੇਅਰ ਹੋ ਗਏ ਲੋਕ, ਤਾਂ ਆਮ ਕੁੜੀਆਂ ਵੀ ਮੰਗ ਕਰਨਗੀਆਂ ਇਸ ਦੀਆਂ, ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਕਹਿੰਦੀਆਂ ਨੇ, ਜਦੋਂ ਅਸੀਂ ਕੁਛ ਕੁੜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁੜੀਆਂ ਕਹਿੰਦੀਆਂ ਕਿ ਵੀਰੇ ਵੀ ਅਸੀਂ ਹੁਣ ਆਪਣੇ ਬਾਪ ਤੋਂ ਅਚਾਨਕ ਹੁਣ ਜ਼ਮੀਨ ਦਾ ਹਿੱਸਾ ਕਿੱਥੋਂ ਮੰਗ ਲਈਏ, ਹਨਾ, ਵੀ ਸਾਨੂੰ ਤਾਂ ਇੰਨਾ ਕੁ ਚਾਅ ਸੀਗਾ ਵੀ ਸਾਨੂੰ ਤਾਂ ਵਿਆਹ ਦੇ ਚੰਗੇ ਘਰੇ ਸਾਨੂੰ ਵਿਆਹ ਤਾਂ, ਜਾਂ ਜਿਹੜੀਆਂ ਕੁਆਰੀਆਂ ਕੁੜੀਆਂ ਸੀ ਉਹ ਕਹਿੰਦੀਆਂ ਵੀ ਸਾਨੂੰ ਘਰੇ ਚੰਗੇ ਘਰੇ ਵਿਆਹ ਦੇਣਗੇ, ਪੜ੍ਹਾ ਰਹੇ ਨੇ, ਅਸੀਂ ਕਿਉਂ ਮੰਗਾਂਗੇ ਜ਼ਮੀਨ ਦਾ ਹਿੱਸਾ।
ਆਮ ਕੁੜੀਆਂ ਦੀ ਮੰਗ ਉੱਠ ਜੂਗੀ? ਇਹਦੇ ਵਿੱਚ ਜੋ ਮੇਨ ਸਵਾਲ ਹੈ ਮੇਰਾ ਮਨ ਚ ਸਕਿਪ ਹੋ ਗਿਆ ਸੀ, ਤੁਹਾਨੂੰ ਮੈਂ ਪੁੱਛਣ ਲੱਗਿਆ, ਨਾਰੀਵਾਦ ਦਾ ਮਸਲਾ। ਜਿਹੜਾ ਨਾਰੀਵਾਦ ਹੈ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਚੱਲ ਰਿਹਾ, ਕੁਛ ਲੋਕਾਂ ਦੇ ਇਲਜ਼ਾਮ ਹੈ ਕਿ ਨਾਰੀਵਾਦ ਇਸ ਚੀਜ਼ ਨੂੰ ਹਵਾ ਦੇਊਗਾ। ਨਾਰੀਵਾਦ ਉਹਨਾਂ ਨੌਜਵਾਨ ਕੁੜੀਆਂ ਨੂੰ ਜਿਹੜੀਆਂ ਹਾਲੇ ਕੁਆਰੀਆਂ ਨੇ ਜਾਂ ਵਿਆਹੀਆਂ ਗਈਆਂ ਨੇ, ਜਿਹੜੀਆਂ ਸ਼ਾਇਦ ਨਹੀਂ ਚਾਹੁੰਦੀਆਂ ਕਿ ਉਹ ਮਤਲਬ ਖੁਸ਼ ਨੇ ਆਪਣੇ ਆਪ ਦੇ ਵਿੱਚ, ਜਿਨ੍ਹਾਂ ਨੂੰ ਲੋੜ ਵੀ ਨਹੀਂ ਜ਼ਮੀਨ ਦੀ, ਤਾਂ ਉਹ ਨਾਰੀਵਾਦ ਵਾਲੇ ਲੋਕ ਉਹਨਾਂ ਨੂੰ ਹਵਾ ਦੇਣਗੇ ਵੀ ਤੁਸੀਂ ਮੰਗ ਕਰੋ ਤੇ ਸਮਾਜ ਦੇ ਵਿੱਚ ਤਫਾੜ ਪਏਗਾ। ਗੁਰਪਾਲ ਜੀ, ਥੋੜੀ ਜਿਹੀ ਮੈਨੂੰ ਲੱਗਦਾ ਆਪਣੀ ਆਵਾਜ਼ ਤੁਹਾਡੀ ਡਿਸਕਨੈਕਟ ਹੋਈ ਹੈ ਮੇਰੇ ਨਾਲੋਂ। ਜੇ ਤੁਹਾਡੇ ਤੱਕ ਮੇਰੀ ਆਵਾਜ਼ ਆ ਰਹੀ ਹੈ, ਮੈਂ ਇਸ ਸਵਾਲ ਦਾ ਜਵਾਬ ਉਨੀ ਦੇਰ ਕੰਟੀਨਿਊ ਕਰ ਰਹੀ ਹਾਂ। ਆਵਾਜ਼ ਆ ਰਹੀ ਹੈ? ਜੀ ਜੀ ਜੀ, ਮੇਰੇ ਕੋਲ ਤੁਹਾਡੀ ਆਵਾਜ਼, ਮੈਨੂੰ ਲੱਗਦਾ ਤੁਹਾਡੇ ਫੋਨ ਤੋਂ ਕਾਲ ਆ ਰਹੀ ਹੈ ਜੀ। ਖੈਰ, ਮੈਂ ਇਸ ਸਵਾਲ ਦਾ ਤੁਹਾਨੂੰ ਦੱਸ ਕਿ ਮੈਂ ਜਿੱਦਾਂ ਪਹਿਲਾਂ ਆਖਿਆ ਕਿ ਦੋਨੋਂ ਚੀਜ਼ਾਂ ਤੁਰਨਗੀਆਂ, ਹਨਾ। ਕੁੜੀਆਂ ਵਿਲਿੰਗ ਛੇਤੀ ਨਹੀਂ ਹੋਣਗੀਆਂ, ਬਿਲਕੁਲ ਵੀ ਨਹੀਂ। ਵਿਲਿੰਗ ਤੇ ਕੁੜੀਆਂ ਜਦੋਂ ਸਤੀ ਪ੍ਰਥਾ ਖਤਮ ਕੀਤੀ ਹੋਣੀ ਹੈ, ਬਾਲ ਵਿਆਹ ਖਤਮ ਕੀਤੇ ਹੋਣੇ, ਉਹਨਾਂ ਨੂੰ ਉਦੋਂ ਵੀ ਲੱਗਿਆ ਹੋਣਾ ਵੀ ਨਹੀਂ, ਇਹ ਅਸੀਂ ਤਾਂ ਹੀ ਨਹੀਂ ਚਾਹੁੰਦੀਆਂ, ਇਹ ਹਨਾ ਵਿਧਵਾ ਵਿਆਹ ਦੁਆਰਾ ਹੋਇਆ ਹੋਣਾ, ਕੁੜੀਆਂ ਨੂੰ ਲੱਗਿਆ ਹੋਣਾ ਕਿ ਪਾਪ ਤੇ ਨਹੀਂ ਕਰ ਰਹੀਆਂ ਅਸੀਂ। ਇਹ ਜਿਹੜਾ ਵੀ ਕਾਨੂੰਨ ਹੈ ਨੀ, ਇਹਨੂੰ ਉਸ ਤਰੀਕੇ ਨਾਲ ਨਹੀਂ ਜੋੜ ਰਹੀ ਕਿ ਮੈਂ ਕਹਾਂ ਕਿ ਉਸ ਤਰ੍ਹਾਂ ਦਾ ਇੱਕ ਘਿਨਾਉਣਾ ਜਿਹੜਾ ਅਪਰਾਧ ਸੀ ਉਹ ਖਤਮ ਹੋਣ ਜਾ ਰਿਹਾ। ਪਰ ਇੱਕ ਛੋਟੀ ਜਿਹੀ ਗੱਲ ਤੇ ਹੈ ਨਾ ਕਿ ਜੇ ਭੈਣ ਨੇ ਜ਼ਮੀਨ ਮੰਗੀ ਤਾਂ ਭਰਾ ਨੂੰ ਰਿਸ਼ਤਾ ਤੋੜਨਾ ਹੀ ਕਿਉਂ ਪਊਗਾ? ਉਹਨੂੰ ਕਿਉਂ ਬੁਰਾ ਫੀਲ ਹੋਊਗਾ ਵੀ ਮੈਂ ਤਾਂ ਭੈਣ ਨੇ ਜ਼ਮੀਨ? ਕਿਉਂਕਿ ਜੇ ਹੱਕ ਦੋਵਾਂ ਦਾ ਬਰਾਬਰ ਹੈ, ਯਾਨੀ ਕਿਤੇ ਨਾ ਕਿਤੇ ਰਿਸ਼ਤਾ, ਜ਼ਮੀਨ, ਇਹ ਦੋਨੋਂ ਬਹੁਤ ਵੱਡੀ ਤਕੜੀ ਚ ਤੁਲੇ ਹੋਏ ਨੇ। ਔਰ ਦੂਸਰੀ ਗੱਲ, ਛੇਤੀ ਕਿਤੇ ਅਜੇ ਬਹੁਤ ਸਾਲਾਂ ਦਾ ਸਮਾਂ ਲੱਗਣਾ, ਨਹੀਂ ਆਪਣੀਆਂ ਕੁੜੀਆਂ ਮੰਗਣਗੀਆਂ ਕਿ ਇਸ ਤਰ੍ਹਾਂ ਜਾ ਕੇ ਮੈਂ ਹੀ ਕਹਾਂ ਕਿ ਮੈਨੂੰ ਜਦ ਤੱਕ ਲੋੜ ਨਹੀਂ ਹੋਏਗੀ, ਮੈਂ ਜਾ ਕੇ ਉਹਨਾਂ ਕੋਲੋਂ ਨਹੀਂ ਮੰਗਣ ਲਈ ਕਹੂੰਗੀ ਵੀ ਮੈਨੂੰ ਜੀ ਮੇਰਾ ਹਿੱਸਾ ਦਿਓ। ਮੈਨੂੰ ਵੀ ਇਹ ਲੱਗਦਾ ਮੈਂ ਆਪਣੇ ਘਰੇ ਜਾਊਂਗੀ ਜਦੋਂ ਵੀ ਮੈਂ ਉਹਨਾਂ ਨੂੰ ਵਾਸਤਾ ਰਾਸਤਾ ਦੇਖਦੀ ਹਾਂ, ਹਨਾ। ਇਹ ਫੀਲਿੰਗ ਸਾਡੀਆਂ ਨਾਲੋਂ ਨਾਲ। ਪਰ ਗੱਲ, ਮਸਲਾ ਕਾਨੂੰਨ ਉਸ ਚੀਜ਼ ਲਈ ਬਣਦਾ ਕਿ ਜੇ ਕਦੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਹਾਨੂੰ ਉਹ ਤੋਂ ਰੋਕਿਆ ਨਾ ਜਾਵੇ, ਤੁਹਾਨੂੰ ਹੱਕ ਪ੍ਰਾਪਤ ਹੋ ਜਾਵੇ। ਸੇਮ ਇਸੇ ਚੀਜ਼ ਦੇ ਵਿੱਚ ਮੈਂ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਇਸੇ ਚੀਜ਼ ਦੀ ਦਿੰਦੀ ਹਾਂ ਕਿ ਮੈਨੂੰ ਜਿਹੜੀ ਚੀਜ਼ ਔਕਵਰਡ ਲੱਗੀ ਹੈ ਪੁਸ਼ਤੈਨੀ ਜਾਇਦਾਦ ਦੇ ਵਿੱਚ, ਅਗਰ ਬੰਦਾ ਦੂਸਰੀ ਮੈਰਿਜ ਕਰਵਾ ਲੈਂਦਾ, ਪਹਿਲੀ ਤੋਂ ਡਾਈਵੋਰਸ ਹੋ ਗਈ, ਜੋ ਵੀ ਦੂਸਰੀ ਮੈਰਿਜ ਕਰਵਾ ਲਈ ਉਹਨੇ, ਤੁਹਾਨੂੰ ਪਤਾ ਕਿ ਸੈਕੰਡ ਮੈਰਿਜ ਵਾਲੀ ਜਿਹੜੀ ਵਾਈਫ ਹੈ, ਉਹਨੂੰ ਉਹਦੀ ਜੱਦੀ ਜਾਇਦਾਦ ਦੇ ਵਿੱਚ ਹੱਕ ਨਹੀਂ ਹੈ। ਉਹ ਬੰਦੇ ਨੇ ਜਿਹੜੀ ਪ੍ਰਾਪਰਟੀ ਬਣਾਈ ਉਹਦੇ ਵਿੱਚ ਹੱਕ ਹੈ, ਉਹਦੀ ਪੁਸ਼ਤੈਨੀ ਜਾਇਦਾਦ ਦੇ ਵਿੱਚ ਜਿਹੜੀ ਹੱਕ ਨਹੀਂ ਮਿਲਿਆ ਹੋਇਆ। ਮੈਨੂੰ ਲੱਗਦਾ ਨਾਰੀਵਾਦ ਲਈ ਸਾਡੇ ਕੋਲ ਆਹ ਵਾਲਾ ਜਿਹੜਾ ਫੀਲਡ ਹੈ ਹਜੇ ਕੰਮ ਕਰਨ ਦੇ ਲਈ, ਉਹ ਬਹੁਤ ਵੱਡੀ ਜਗ੍ਹਾ, ਕਿਉਂਕਿ ਉਹ ਤਾਂ ਇੱਕ ਬੇਸਹਾਰਾ ਹੋਣ ਵਾਲੀ ਗੱਲ ਹੋਗੀ। ਸੈਕੰਡ ਮੈਰਿਜ ਹੋਣਾ, ਉਸ ਤੋਂ ਬਾਅਦ ਉਹਨੂੰ ਕਿਹਨੇ ਸਾਂਭਣਾ? ਔਰ ਮੈਨੂੰ ਪਤਾ ਕਿ ਜਿੱਥੋਂ ਤੱਕ ਮੈਂ ਦੇਖਿਆ ਕਿ ਏਦਾਂ ਦੇ ਮਸਲਿਆਂ 'ਚ ਸਹੁਰੇ ਵੀ ਨਹੀਂ ਨਾਲ ਖੜਦੇ ਹੁੰਦੇ, ਬਹੁਤ ਸਾਰੀਆਂ ਐਗਜ਼ਾਮਪਲ। ਤਾਂ ਉਹ ਫੀਲਡ ਨਾਰੀਵਾਦ ਦੇ ਲਈ ਅਜੇ ਉੱਥੇ ਜਿਹੜੇ ਕੀਤਾ ਜਾ ਸਕਦਾ, ਵਰਕ ਕਰਨਾ ਬਣਦਾ। ਤੇ ਪਰ ਇਹ ਜਿਹੜਾ ਮਸਲਾ ਹੈ ਇਹ ਇਮੋਸ਼ਨਲ ਉਹਦੇ ਤੇ ਚੱਲੇਗਾ। ਜਿੱਥੇ ਜਾ ਕੇ ਇਮੋਸ਼ਨਲ ਤੋਂ ਉੱਪਰ ਗੱਲ ਉੱਠੀ, ਲੋੜ ਪੈਦਾ ਹੋਈ, ਮੈਨੂੰ ਸਭ ਤੋਂ ਵੱਡੀ, ਮੈਂ ਵਾਰ-ਵਾਰ ਤੁਹਾਨੂੰ ਆਖਦੀ ਹਾਂ ਕਿ ਮੈਨੂੰ ਸਭ ਤੋਂ ਵੱਡਾ ਡਰ ਇਹੀ ਹੈ ਕਿ ਇਨ-ਲॉज ਵੱਲੋਂ ਪ੍ਰੈਸ਼ਰ ਕ੍ਰੀਏਟ ਹੋਣੇ ਸ਼ੁਰੂ ਹੋ ਜਾਣਗੇ। ਮੈਨੂੰ ਸਭ ਤੋਂ ਵੱਡੀ ਜਿਹੜੀ ਚੀਜ਼ ਦਾ ਡਰ ਲੱਗਦਾ ਕਿ ਇਨ-ਲॉज ਨੇ ਕਹਿਣਾ ਸ਼ੁਰੂ ਕਰ ਦੇਣਾ ਵੀ ਤੁਹਾਡੇ ਕੋਲ ਇੰਨੀ ਹੈ ਤਾਂ ਹਿੱਸਾ ਲੈ ਕੇ ਆਉਣਾ। ਤੁਹਾਨੂੰ ਇਹ ਲੱਗਦਾ ਵੀ ਇਨ-ਲॉज ਵੀ ਉਹ ਕਰਨਗੇ, ਪ੍ਰੈਸ਼ਰ ਪਾਉਣਗੇ ਜਿਨ੍ਹਾਂ ਦੀ ਆਪਣੇ ਧੀ ਰਾਣੀਆਂ ਨਹੀਂ, ਕਿਉਂਕਿ ਉਹਨਾਂ ਦੀਆਂ ਧੀ ਰਾਣੀਆਂ ਤੋਂ ਵੀ ਮੰਗ ਸਕਦਾ। ਹਾਂ, ਇਹ ਵੀ ਹੈ, ਸ਼ਾਇਦ ਉਹ ਕਿਤੇ ਗੁਰੇਜ਼ ਕਰ ਜਾਣ। ਇਸੇ ਕਰਕੇ ਕਹਿੰਦੇ ਹੁੰਦੇ ਆ ਰੱਬ ਹਰ ਘਰ 'ਚ ਧੀ ਦਾ ਵੀ ਡਰ ਬਣੇ ਰਹਿੰਦੇ ਨੇ। ਜੀ ਜੀ, ਮਤਲਬ ਪੰਜਾਬੀਆਂ ਦਾ ਸਿਮਰਨ ਮਤਲਬ ਹਰ ਇੱਕ ਬੰਦੇ ਦੇ, ਮੈਂ ਸਮਝਦਾ, ਜਿਹੜੇ ਲੋਕ ਅਸੀਂ ਕਹਿ ਤਾਂ ਦਿੰਦੇ ਹਾਂ ਅਸੀਂ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਗੰਢੇ ਹੋਏ ਹਾਂ, ਸਾਡੇ ਪੰਜਾਬੀਆਂ ਦੇ ਦਿਲ ਬਹੁਤ ਅਮੀਰ ਹੈ, ਪਰ ਕੁਛ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਜਿਵੇਂ ਇੱਕ ਕਾਨੂੰਨ ਪਾਸ ਹੋਇਆ, ਇਹਦੇ ਵਿੱਚ ਲੋਕਾਂ ਦਾ ਪਤਾ ਵੀ ਲੱਗ ਜਾਂਦਾ ਵੀ ਕਿੱਦਾਂ ਦੇ ਕੁਛ ਸਾਹਮਣੇ ਆਉਂਦਾ। ਅੱਛਾ, ਤੁਹਾਨੂੰ ਇੱਕ ਟੌਪਿਕ ਦੇ ਨਾਲ ਸੰਬੰਧਿਤ ਵੀ ਹੈ, ਥੋੜਾ ਹਟ ਕੇ ਵੀ, ਆਖਰੀ ਸਵਾਲ ਮੈਂ ਕਰਨ ਲੱਗਿਆ ਕਿਉਂਕਿ ਤੁਸੀਂ ਬਹੁਤ ਚੰਗੇ ਵਿਸ਼ਿਆਂ ਤੇ ਬੋਲਦੇ ਹੋ। ਨਾਰੀਵਾਦ ਦਾ ਜੋ ਸਟੈਂਡ ਅੱਜ ਚੱਲ ਰਿਹਾ ਕੁੜੀਆਂ ਦਾ, ਜਾਂ ਜੋ ਇਸ ਮਾਮਲੇ ਤੇ ਬੋਲ ਰਹੀਆਂ ਨੇ, ਜਾਂ ਫੇਸਬੁੱਕ ਤੇ ਜੋ ਆਪਸੀ ਬਹਿਸ ਹੋ ਰਹੀ ਹੈ, ਆਪਣਾ ਹੱਕ ਕੁੜੀਆਂ ਮੰਗ ਰਹੀਆਂ ਨੇ, ਬਹੁਤ ਚੰਗੀ ਗੱਲ ਹੁੰਦਾ ਵੀ ਇਸ ਤੋਂ ਪਹਿਲਾਂ ਅਸੀਂ ਸੁਣਦੇ ਸੀਗੇ ਸਿਰਫ ਕੁੜੀ ਸੁਣਦੀ ਸੀ, ਹੁਣ ਕੁੜੀ ਦੱਸ ਵੀ ਸਕਦੀ ਹੈ, ਇਹ ਚੰਗੀ ਗੱਲ ਹੈ। ਪਰ ਜੋ ਲੋਕ ਇਹ ਸਵਾਲ ਕਰਦੇ ਨੇ ਕਿ ਇੱਕ ਕੁੜੀ ਇੱਕ ਪਾਸੇ ਇਹ ਕਹਿੰਦੀ ਹੈ ਕਿ ਮੈਨੂੰ ਮਰਦ ਨਾਲ ਬਰਾਬਰੀ ਚਾਹੀਦੀ ਹੈ, ਤੇ ਦੂਸਰੇ ਪਾਸੇ ਇਹ ਕਹਿੰਦੀ ਹੈ ਕਿ ਮਰਦ ਜਾਤ ਉਹ ਚੰਗੀ ਨਹੀਂ ਹੈ, ਫਿਰ ਉਹ ਬਰਾਬਰੀ ਕਿਸ ਗੱਲ ਦੀ ਮੰਗਦੀ ਹੈ? ਇਸ ਮਾਮਲੇ ਦੇ ਵਿੱਚ ਕੀ ਲੱਗਦਾ ਤੁਹਾਨੂੰ, ਜਿਹੜਾ ਪੱਧਰ ਨਾਰੀਵਾਦ ਦਾ ਚੱਲ ਰਿਹਾ ਉਹ ਕਿੰਨਾ ਕੁ ਸਹੀ ਹੈ, ਕਿੰਨਾ ਕੁ ਗਲਤ ਹੈ? ਦੇਖੋ, ਜਦੋਂ ਨਾਰੀਵਾਦ ਦੀ ਗੱਲ ਚੱਲਦੀ ਹੈ ਗੁਰਪਾਲ ਜੀ, ਮੈਂ ਕੁਝ ਚੀਜ਼ਾਂ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਈ ਕਿਉਂਕਿ ਮੇਰਾ ਨਾਰੀਵਾਦ ਦੇ ਮਸਲੇ 'ਚ ਨਾ ਮੇਰਾ ਥੋੜਾ ਜਿਹਾ ਅਲੱਗ ਕਿਸਮ ਦਾ ਇੱਕ ਹੈ ਵਿਜ਼ਨ। ਮੈਂ ਨਾਰੀਵਾਦ ਦਾ, ਮੈਂ ਉਹ ਬਾਹਰਲੀਆਂ ਜਿਹੜੀਆਂ ਇਸ ਤੋਂ ਉੱਪਰ ਦੀਆਂ ਚੀਜ਼ਾਂ ਸ਼ਾਇਦ ਮੈਂ ਨਹੀਂ ਉਹਨਾਂ 'ਚ ਕਈ ਵਿਚਰੀ, ਮੈਨੂੰ ਨਹੀਂ ਪਤਾ ਕਿ ਬੈਲੈਂਸ ਰਹੇ ਹੋ, ਮੈਂ ਪੜ੍ਹਦਾ ਰਹਿਣਾ, ਬੈਲੈਂਸ ਰਹੇ ਹੋ ਤੁਸੀਂ। ਹਾਂਜੀ, ਕਿਉਂਕਿ ਅਸੀਂ ਜਦੋਂ ਨਾਰੀਵਾਦ ਦੀ ਗੱਲ ਕਰਦੇ ਹਾਂ, ਪਤਾ ਨਹੀਂ ਕਿਉਂ
ਇਸ ਚੀਜ਼ ਦੀ ਗੱਲ ਆ ਕੇ ਖੜ ਜਾਂਦੀ ਹੈ ਕਿ ਜੀ ਆਊਟਿੰਗਸ ਜਾਂ ਬੰਦੇ ਸੋਚਦੇ ਨੇ ਪਤਾ ਨਹੀਂ ਇਹ ਸ਼ਰਾਬ ਪੀਣ ਦਾ ਹੱਕ ਮੰਗਦੀਆਂ ਜੀ, ਇਹ ਬਰਾਬਰ ਸਿਗਰਟ ਪੀਣ ਦਾ, ਇਹ ਬਰਾਬਰੀ ਦਾ ਹੱਕ ਨਹੀਂ ਹੈ, ਇਹ ਬਰਾਬਰੀ ਦਾ ਹੱਕ ਕਿਤੇ ਵੀ ਪਰ ਨਹੀਂ ਹੈ। ਬਹੁਤ ਸਾਰੀਆਂ ਕੁੜੀਆਂ ਸਪਸ਼ਟ ਕਹਿੰਦੀਆਂ ਨੇ ਕਿ ਮਤਲਬ ਜਿਹੜਾ ਕੁੜੀਆਂ ਸ਼ਰਾਬ ਪੀਂਦੀਆਂ ਨੇ ਤਾਂ ਉਹਦੇ ਤੇ ਸਵਾਲ ਨਹੀਂ ਹੋਣਾ ਚਾਹੀਦਾ। ਕੁੜੀ ਸ਼ਰਾਬ ਪੀਂਦੀ ਹੈ ਜਾਂ ਕੁੜੀ ਆਪਣੀ ਜ਼ਿੰਦਗੀ ਕਿਵੇਂ ਜਿਉਂਦੀ ਹੈ ਤੇ ਸਵਾਲ ਕਰਨਾ ਬਣਦਾ ਹੀ ਨਹੀਂ। ਜਿਹੜੇ ਕਰਦੇ ਨੇ ਉਹਨਾਂ ਦਾ ਮਾਈਂਡ ਦਾ ਪੱਧਰ ਤੁਸੀਂ ਕਿੰਨਾ ਕੁ ਹੋਏਗਾ ਸੋਚ ਸਕਦੇ ਹੋ। ਪਰ ਤੁਹਾਨੂੰ ਲੱਗਦਾ ਵੀ ਨਾਰੀਵਾਦ ਦਾ ਜਿਹੜਾ ਸੰਜੀਦਾ ਮੁੱਦਾ ਹੈ, ਨਾਰੀਵਾਦ ਇੱਕ ਬੜਾ ਵਧੀਆ ਵਰਡ ਹੈ, ਔਰ ਇਸ ਮਾਮਲੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵੀ ਆਉਣੀਆਂ ਚਾਹੀਦੀਆਂ, ਕੁੜੀਆਂ ਨੂੰ ਇਹੋ ਜਿਹੀ ਚੀਜ਼ ਦੀ ਗੱਲ ਵੀ ਕਰਨੀ ਚਾਹੀਦੀ ਹੈ, ਜਾਂ ਜਿਹੜੇ ਵਿਰੋਧ ਕਰਨ ਵਾਲੇ ਉਹਨਾਂ ਨੂੰ ਕਰਨਾ ਵੀ ਚਾਹੀਦਾ? ਮੇਰਾ ਵਿਜ਼ਨ ਥੋੜਾ ਜਿਹਾ ਵੱਖਰਾ ਹੈ। ਮੈਨੂੰ ਨਾਰੀਵਾਦ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂ ਹੰਢਾ ਕੇ ਨਿਕਲੀਆਂ, ਜਦੋਂ ਤੁਸੀਂ ਤਜਰਬਾ ਹਾਸਿਲ ਕਰਦੇ ਹੋ, ਤੁਸੀਂ ਸਿੱਖਿਆ ਪ੍ਰਾਪਤੀ, ਸਭ ਤੋਂ ਪਹਿਲੀ ਚੀਜ਼ ਮੈਟ੍ਰੀਮੋਨੀਅਲ ਸਿੱਖਿਆ ਨਾ ਹੋਵੇ ਕੁੜੀ ਦੇ ਲਈ, ਉਹਦੇ ਲਈ ਲੜਨਾ ਬਹੁਤ ਜ਼ਰੂਰੀ ਹੈ। ਆਪਣੀ ਮਰਜ਼ੀ ਦੇ ਮੁਤਾਬਿਕ ਤੁਸੀਂ ਗੁਰਪਾਲ, ਆਪਾਂ 2020 ਦੇ ਵਿੱਚ ਚੱਲ ਰਹੇ ਹਾਂ, ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ, ਪਰ ਹਲੇ ਵੀ ਤੁਹਾਡੇ ਸਾਹਮਣੇ ਤੁਸੀਂ ਯੂਨੀਵਰਸਿਟੀ ਵਾਲੀਆਂ ਕੁੜੀਆਂ ਨੂੰ ਦੇਖਿਆ ਹੋਣਾ ਕਿ ਆਪਣੀ ਮਰਜ਼ੀ ਨਾਲ ਵਿਸ਼ੇ ਚੁਣਨ ਦਾ ਹਜੇ ਵੀ ਪੂਰਾ ਨਹੀਂ ਹੈ। ਤੁਸੀਂ ਕਿਹੜੇ ਕਾਲਜ ਨਹੀਂ ਪੜ੍ਹਨਾ, ਤੁਸੀਂ ਗਰਲਸ ਕਾਲਜ ਦੇ ਵਿੱਚ ਹੀ ਪੜ੍ਹਨਾ ਹੈ, ਤੁਹਾਨੂੰ ਕੋਈ ਛੱਡ ਕੋਈ ਲੈ ਕੇ। ਹਜੇ ਤੇ ਬਹੁਤ ਨਿੱਕੇ ਨਿੱਕੇ ਮਸਲੇ ਆ ਜਿਹੜੇ ਜਿਹਾਦ ਤੇ ਅਸੀਂ ਲੜਨਾ ਹੈ, ਤੇ ਇਹ ਸਿਰਫ ਕੁਝ % ਲੋਕਾਂ ਦਾ ਹੈ ਕਿ ਸ਼ਰਾਬ ਪੀਣ ਦੀ ਖੁੱਲ। ਮੈਂ ਕਹਾ ਕਿ ਮੈਨੂੰ ਕੋਈ ਅਗਰ ਬਿਠਾ ਕੇ ਕਹਿ ਦੇ ਜਿੰਨਾ ਚਿਰ ਮੇਰਾ ਜੀ ਨਹੀਂ ਹੈ ਮੈਨੂੰ ਕੋਈ ਨਹੀਂ ਕਹਿ ਸਕਦਾ, ਜੇ ਮੇਰਾ ਜੀ ਹੈ ਤੇ ਮੇਰੇ ਕੋਈ ਸਵਾਲ ਨਾ ਕਰੇ। ਇਹ ਬਹੁਤ ਵਾਜਿਬ ਗੱਲ ਆਖੀ ਜਾਂਦੀ ਹੈ ਕਿ ਉਹਨਾਂ ਕੁਐਸਚਨਸ ਨਾ ਅਰਾਈਜ਼ ਹੋਣ। ਪਰ ਮੈਨੂੰ ਇੱਕ ਜਗ੍ਹਾ ਜਾ ਕੇ ਲੱਗਦਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਸਗੋਂ ਤੰਗ ਕਰਦੀਆਂ ਨੇ, ਕਿ ਬੰਦਿਆਂ ਦਾ ਬੇਵਜ੍ਹਾ ਬੈਠ ਕੇ ਸ਼ਰਾਬ ਪੀਣਾ, ਫਿਰ ਉਹਨਾਂ ਚੀਜ਼ਾਂ ਤੇ ਡਿਸਕਸ ਕਰਨਾ, ਦੂਸਰੇ ਨੂੰ ਡਿਸਟਰਬ ਕਰਨਾ, ਅਸੀਂ ਵੀ ਉਹ ਚੀਜ਼ਾਂ ਥੋੜੀ ਮੰਗਾਂਗੇ। ਸਗੋਂ ਇਹਦੀ ਬਜਾਏ ਅਸੀਂ ਸਿਕਿਉਰਿਟੀ ਮੰਗਾਂਗੇ ਕਿ ਆਹ ਚੀਜ਼ ਨਾ ਹੋਵੇ। ਤੁਸੀਂ ਵੀ ਇਹ ਮਾਇਨੇ ਨੇ ਆਜ਼ਾਦੀ ਦੇ, ਇਹ ਅਸਲ ਆਜ਼ਾਦੀ ਹੋਣੀ ਚਾਹੀਦੀ ਹੈ। ਕਰਦੀਆਂ ਕਿ ਇਹ ਹੱਕ ਨਾ ਮੰਗੀਏ ਕਿ ਸਾਨੂੰ ਵੀ ਗਾਲ ਕੱਢਣ ਦਾ ਹੱਕ ਹੋਵੇ, ਜੇ ਤੁਸੀਂ ਭੈਣ ਦੀ ਗਾਲ ਕੱਢਿਓ ਅਸੀਂ ਭਰਾ ਦੀ ਗਾਲ ਕੱਢੀਏ, ਨਹੀਂ, ਅਸੀਂ ਇਹ ਹੱਕ ਮੰਗਾਂਗੇ ਕਿ ਤੁਸੀਂ ਵੀ ਉਹ ਭੈਣ ਦੀ ਗਾਲ ਕੱਢਣ ਲੱਗਿਆ ਸੋਚੋ ਵੀ ਉਹ ਕਿਸੇ ਦੇ ਬਹੁਤ ਕਮਾਲ ਦੀ ਗੱਲ ਦੇ ਨਾਲ। ਹਾਂ ਬਿਲਕੁਲ, ਮਤਲਬ ਫਿਰ ਤੁਸੀਂ ਸੱਚਮੁੱਚ ਜੋ ਜਿੰਨਾ ਕਿ ਮੈਨੂੰ ਸਮਝ ਆ ਵੀ ਤੁਸੀਂ ਸਹੀ ਨਾਰੀਵਾਦ ਦੇ ਨਾਲ ਹੋ। ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਮੈਨੂੰ ਉਮੀਦ ਸੀ ਕਿ ਕੁਝ ਚੰਗੀਆਂ ਚੀਜ਼ਾਂ ਨਿਕਲ ਕੇ ਆਉਣਗੀਆਂ, ਕਿਉਂਕਿ ਇਹ ਬੜਾ ਗੁੰਝਲਦਾਰ ਮਸਲਾ ਸੀ ਜਿਸ ਤੇ ਆਪਾਂ ਡਿਸਕਸ਼ਨ ਕੀਤੀ ਹੈ। ਤੇ ਉਮੀਦ ਕਰਦੇ ਹਾਂ ਕਿ ਸਾਡੀਆਂ ਸਾਰੇ ਸਮੁੱਚੇ ਭਾਰਤ ਦੀਆਂ ਧੀਆਂ, ਚਾਹੇ ਫੈਸਲਾ ਕਿਸੇ ਵੀ ਤਰ੍ਹਾਂ ਦਾ, ਪਰ ਉਹਨਾਂ ਦੇ ਲਈ ਚੰਗਾ ਹੋਵੇ, ਪਰਿਵਾਰਾਂ ਦੇ ਵਿੱਚ ਤਫਾੜ ਵੀ ਨਾ ਪੈਣ, ਜਿੱਥੇ ਜ਼ਰੂਰਤ ਹੋਵੇ ਉੱਥੇ ਭਰਾ ਵੀ। ਹੁਣ ਮੈਂ ਤਾਂ ਚਾਹੁੰਦਾ ਕਿ ਇੱਕ ਭਰਾ ਖੁਦ ਹੀ ਕਵੇ ਨਾ, ਮਤਲਬ ਵੀ ਆਪਣੇ, ਜਦੋਂ ਮੇਰੀ ਖੁਦ ਦੀ ਭੈਣ ਦਾ ਵਿਆਹ ਸੀ ਤਾਂ ਮੈਂ ਆਪਣੀ ਭੈਣ ਨੂੰ ਇਹ ਪੁੱਛਿਆ ਸੀ ਵੀ ਆਪਣੀ ਜਿਹੜੀ ਵੀ ਗੁੱਡੀ ਵੀ ਜੇ ਤੈਨੂੰ ਕੋਈ ਜ਼ਰੂਰਤ ਹੈਗੀ ਤਾਂ ਦੱਸ ਦੇ, ਮੈਨੂੰ ਕਿਉਂਕਿ ਜ਼ਮੀਨ ਦਾ ਕੋਈ ਲਾਲਚ ਨਹੀਂ ਹੈ ਨਾ। ਮਤਲਬ ਜੇ ਭਰਾ ਖੁਦ ਹੀ ਪੁੱਛੇ, ਜੇ ਭਰਾ ਖੁਦ ਪੁੱਛੇ ਤਾਂ ਬਹੁਤ ਵਧੀਆ। ਮੈਨੂੰ ਲੱਗਦਾ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਬਹੁਤ ਜੀ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।